ਇਸ ਸ਼ਬਦ ਦੀਆਂ ਜੋ ਪਹਿਲੀਆਂ ਪੰਕਤੀਆਂ ਉਹ ਬਹੁਤ ਹੀ ਗਹਿਰੀ ਭਾਵਨਾ, ਸ਼ਰਧਾ, ਭਗਤੀ, ਗਹਿਰੇ ਪ੍ਰੇਮ ਦੇ ਵਿੱਚ ਕਹੀਆਂ ਗਈਆਂ ਹਨ। ਜਿਹੜੇ ਪ੍ਰੇਮੀ ਹਨ, ਭਾਵਨਾ ਵਾਲੇ ਹਨ, ਉਹਨਾਂ ਦੇ ਖਿਆਲ ਵਿੱਚ ਇਹ ਸੰਦੇਸ਼ ਆ ਸਕਦਾ ਹੈ, ਉਹਨਾਂ ਨੂੰ ਵੀ ਇਸ਼ਾਰਾ ਮਿਲ ਸਕਦਾ ਹੈ। ਜੋ तुम बांधे मोह फास हम प्रेम बंधन तुम बांधे अपने छूटन को जतन करहो हम छूटे तुम आराधे। जिवें कोई प्रेमी अपने प्रेम पात्र कोल बहुत गहरे प्रेम दे विच बैठा हुंदा है ना, स्नेह दे विच, ते कई बार मजाक करन नूं भी चित करदा है। ते भगत जी अपने प्यारे दे नाल कुछ मजाक दे मूड दे विच होणगे ते उन्हां ਵੱਲ ਉਨਮੁਖ ਹੋ ਕੇ ਕਹਿ ਰਹੇ ਹਨ ਵੀ ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਧੇ। ਕਹਿੰਦੇ ਅਗਰ ਤੂੰ ਸਾਨੂੰ ਮੋਹ ਦੀ ਫਾਹੀ ਵਿੱਚ ਬੰਨਿਆ ਸੀ, ਮਾਇਆ ਦੇ ਜਾਲ ਵਿੱਚ ਫਸਾਇਆ ਸੀ, ਉਹਦੇ ਤੋਂ ਤੇ ਅਸੀਂ ਆਜ਼ਾਦ ਹੋ ਗਏ। ਤੈਨੂੰ ਯਾਦ ਕਰਕੇ, ਤੈਨੂੰ ਚੇਤੇ ਕਰਕੇ, ਤੇਰੇ ਨਾਲ ਪ੍ਰੇਮ ਕਰਕੇ ਅਸੀਂ ਤੇਰੀ ਮਾਇਆ ਤੋਂ ਆਜ਼ਾਦ ਹੋ ਗਏ, ਮੋਹ ਤੋਂ ਆਜ਼ਾਦ ਹੋ ਗਏ, ਮੋਹ ਤੋਂ ਛੁੱਟ ਗਏ ਹਾਂ। ਪਰ ਤੂੰ ਨਹੀਂ ਹੁਣ ਸਾਡੇ ਤੋਂ ਛੁੱਟ ਸਕਦਾ, ਕਿਉਂਕਿ ਅਸੀਂ ਜਾਣ ਲਿਆ ਹੈ ਵੀ ਮੋਹ ਮਮਤਾ ਦੇ ਵਿੱਚ ਦੁੱਖ ਹੈ, ਤੇ ਮੋਹ ਨੂੰ ਫਾਹੀ ਕਿਹਾ ਹੈ। ਦੇਖੋ, ਜੋ ਹਮ ਬਾਂਧੇ ਮੋਹ ਫਾਸ, ਮੋਹ ਦਾ ਫਾਹਾ, ਫਾਂਸੀ ਪਈ ਹੋਈ ਸੀ, ਮੋਹ ਦਾ ਜਾਲ ਪਿਆ ਹੋਇਆ ਸੀ। ਅਸੀਂ ਤੈਨੂੰ ਪ੍ਰੇਮ ਬੰਧਨ ਤੁਮ ਬਾਂਧੇ, ਅਸੀਂ ਪ੍ਰੇਮ ਦੇ ਬੰਧਨ ਵਿੱਚ ਤੈਨੂੰ ਬੱਧਾ। ਇਹਦਾ ਭਾਵ ਹੈ ਮੋਹ ਦੀ ਫਾਹੀ ਹੈ ਤੇ ਪ੍ਰੇਮ ਦਾ ਬੜਾ ਹੀ ਪਿਆਰਾ ਬੰਧਨ ਹੈ। ਬੰਧਨ ਵੀ ਕਿਹਾ ਜਾਂਦਾ ਹੈ, ਬੜਾ ਹੀ ਪਿਆਰਾ ਹੈ। ਤੇ ਪਹਿਲਾਂ ਤੇ ਤੁਸੀਂ ਸਮਝੋ ਮੋਹ ਤੇ ਪ੍ਰੇਮ ਦੇ ਵਿੱਚ ਭੇਦ, ਕਿਉਂਕਿ ਜਿਹਨੂੰ ਤੁਸੀਂ ਪ੍ਰੇਮ ਕਹਿੰਦੇ ਹੋ ਉਹ ਮੋਹ ਹੈ। ਤੁਸੀਂ ਪ੍ਰੇਮ ਦੀ ਭਾਸ਼ਾ ਅਗਰ ਸੰਸਾਰ 'ਚ ਨਾ ਵਰਤੋ, ਸੰਸਾਰੀ ਜੀਵ ਅਗਰ ਸੰਸਾਰ ਦੇ ਵਿੱਚ ਪ੍ਰੇਮ ਦੀ ਭਾਸ਼ਾ ਨਾ ਵਰਤੇ, ਤੇ ਜਿੱਥੇ ਵੀ ਉਹਦਾ ਲਗਾਅ ਹੋਵੇ ਤੇ ਮੋਹ ਹੀ ਕਵੇ।
ਤੇ ਜ਼ਿਆਦਾ ਵਧੀਆ ਰਹੇਗਾ, ਫਿਰ ਛੁੱਟ ਸਕਦਾ ਹੈ। ਪਰ ਲੋਕ ਜਦੋਂ ਪ੍ਰੇਮ ਦੀ ਭਾਸ਼ਾ ਸੰਸਾਰ 'ਚ ਉਪਯੋਗ ਕਰਦੇ ਹਨ ਤੇ ਪ੍ਰੇਮ ਬੜਾ ਪਵਿੱਤਰ ਹੈ, ਪਿਆਰਾ ਹੈ ਸ਼ਬਦ। ਇਹੋ ਹੀ ਕਾਰਨ ਹੈ ਸ਼ਾਇਦ ਲੋਕ ਛੁੱਟ ਨਹੀਂ ਪਾ ਰਹੇ ਹਨ, ਕਿਉਂਕਿ ਪਰਮ ਪੁਰਖਾਂ ਦੇ ਸੰਦੇਸ਼ ਜਿਹੜੇ ਹਨ ਉਹ ਆਮ ਸੰਸਾਰੀਆਂ ਦੇ ਹੱਥਾਂ ਵਿੱਚ ਪੈ ਗਏ ਤੇ ਉਹ ਆਪਣੇ ਢੰਗ ਦੇ ਨਾਲ ਵਰਤ ਰਹੇ ਹਨ। ਜਿਵੇਂ ਕਿਹਾ ਹੈ ਨਾ, ਸਾਚ ਕਹੋਂ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਇਹਨੂੰ ਪੜ੍ਹ ਕੇ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਸੰਸਾਰ ਵਿੱਚ ਪ੍ਰੇਮ ਕਰਨਾ ਹੈ, ਸੰਸਾਰ ਨੂੰ ਪ੍ਰੇਮ ਕਰਨਾ, ਸੰਸਾਰੀ ਜੀਵਾਂ ਨੂੰ ਪ੍ਰੇਮ ਕਰਨਾ। ਇਹੋ ਹੀ ਸੋਚਦੇ ਹਨ ਨਾ ਧਾਰਮਿਕ ਲੋਕ, ਤੁਸੀਂ ਪੁੱਛੋ ਜਾ ਕੇ, ਉਹ ਕਹਿੰਦੇ ਸਾਰਿਆਂ ਨਾਲ ਪ੍ਰੇਮ ਕਰੋ, ਤੇ ਜਿਹੜਾ ਸਾਰਿਆਂ ਨਾਲ ਪ੍ਰੇਮ ਕਰੂਗਾ ਉਹ ਪ੍ਰਮਾਤਮਾ ਨੂੰ ਪਾ ਲੂ। ਪਰ ਇਹ ਗੱਲ ਬਿਲਕੁਲ ਗਲਤ ਹੈ, 100% ਗਲਤ ਹੈ। ਕਿਉਂਕਿ ਬਾਹਰੋਂ ਤੁਸੀਂ ਪ੍ਰੇਮ ਕਰ ਹੀ ਨਹੀਂ ਸਕਦੇ ਹੋ, ਬਾਹਰੋਂ ਤੇ ਮੋਹ ਹੁੰਦਾ ਹੈ। ਕਿਉਂਕਿ ਬਾਹਰੋਂ ਜੋ ਵੀ ਤੁਹਾਨੂੰ ਦਿਖ ਰਿਹਾ ਸਭ ਮਿਥਿਆ ਹੈ, ਝੂਠ ਹੈ, ਅਸਤ ਹੈ, ਮਿਟ ਰਿਹਾ ਹੈ। ਦਰਅਸਲ ਜੋ ਮਿਟ ਰਿਹਾ ਹੈ ਨਾ ਛਣ ਛਣ ਦੇ ਵਿੱਚ, ਉਹਦੇ ਨਾਲ ਲਗਾਵ ਮੋਹ ਹੈ। ਜਿਵੇਂ ਕੱਲ ਆਪਾਂ ਸਮਝ ਰਹੇ ਸੀ ਕਿ ਜੈਸੇ ਜਲਤੇ ਬੁੱਧ ਬੁਧਾ ਉਪਜੈ ਬਿਨ ਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਜਿਵੇਂ ਜਲ ਦਾ ਬੁੱਧ ਬੁੱਧਾ ਪੈਦਾ ਹੁੰਦਾ ਮਿਟਦਾ, ਇਹ ਸੰਸਾਰ ਰਚਿਆ ਹੋਇਆ। ਫਿਰ ਥੋੜੀ ਹੈ ਇਹ ਜਗ ਧੂਏਂ ਕਾ ਪਹਾੜ ਤੈਂ ਸਾਚਾ ਜਾਨੀ। ਜਿਵੇਂ ਧੂਏਂ ਦਾ ਇੱਕ ਪਹਾੜ ਜਿਹਾ ਬਣ ਜਾਂਦਾ ਤੇ ਹਵਾ ਆਉਂਦੀ ਹੈ ਤੇ ਮਿਟ ਜਾਂਦਾ, ਇੱਦਾਂ ਹੀ ਸੰਸਾਰ ਹੈ। ਅਥਿਰ ਦੇ ਨਾਲ ਲਗਾਓ ਜਿਹੜਾ ਹੈ ਨਾ ਉਹਨੂੰ ਮੋਹ ਕਹਿੰਦੇ ਹਨ। ਇਹ ਖਿਆਲ ਵਿੱਚ ਰੱਖਿਓ, ਫਿਰ ਤੁਹਾਨੂੰ ਸ਼ਾਇਦ ਥੋੜ੍ਹਾ ਜਿਹਾ ਪ੍ਰੇਮ ਸਮਝ ਵਿੱਚ ਆ ਜਾਵੇ। ਮੋਹ ਨੂੰ ਤੁਸੀਂ ਸਮਝ ਲਓ ਪਹਿਲਾਂ, ਕਿਉਂਕਿ ਮੋਹ ਤੁਸੀਂ ਜਾਣਦੇ ਹੋ, ਪ੍ਰੇਮ ਤੁਸੀਂ ਜਾਣਦੇ ਨਹੀਂ ਹੋ। ਇਹੋ ਹੀ ਕਾਰਨ ਹੈ ਪਰਮ ਪੁਰਖ ਤੁਹਾਨੂੰ ਸਮਝਾਉਣ ਵਾਸਤੇ ਤੁਹਾਡੀ ਭਾਸ਼ਾ ਦੇ ਵਿੱਚ ਤੁਹਾਡੇ ਵੱਲ ਦੀ ਗੱਲ ਕਰਦੇ ਹਨ। ਉਹ ਆਨੰਦ ਤੁਸੀਂ ਸਮਝ ਨਹੀਂ ਸਕਦੇ ਹੋ, ਦੁੱਖ ਸੁੱਖ ਤੁਸੀਂ ਸਮਝ ਸਕਦੇ ਹੋ, ਤੇ ਦੁੱਖ ਸੁੱਖ ਦੀ ਗੱਲ ਕਰਦੇ ਜੋ ਸਮਝ ਸਕਦੇ ਹੋ ਆਨੰਦ ਤੇ ਜਾ ਕੇ ਅੱਗੇ ਜਾਣੋਗੇ ਨਾ। ਇੱਦਾਂ ਹੀ ਮੋਹ ਤੁਸੀਂ ਸਮਝ ਸਕਦੇ ਹੋ, ਪ੍ਰੇਮ ਨਹੀਂ। ਮਜਾਜੀ ਇਸ਼ਕ ਤੁਸੀਂ ਸਮਝ ਸਕਦੇ ਹੋ, ਸੰਸਾਰ ਦਾ, ਹਕੀਕੀ ਨਹੀਂ। ਇਸ ਕਰਕੇ ਮਜਾਜੀ ਦੀ ਗੱਲ ਕਰਦੇ ਜੋ ਤੁਸੀਂ ਸਮਝ ਸਕਦੇ ਹੋ। ਤੇ ਮੋਹ ਤੁਸੀਂ ਸਾਰੇ ਹੀ ਸਮਝਦੇ ਹੋ ਵੀ ਮੋਹ ਕਿਵੇਂ ਪੈਦਾ ਹੁੰਦਾ ਹੈ, ਕਿਵੇਂ ਪੈਦਾ ਹੋਇਆ ਹੈ। ਪਹਿਲਾਂ ਇਹ ਸਮਝੋ, ਮੋਹ ਦਾ ਅਰਥ ਹੁੰਦਾ ਹੈ ਸਮੋਹਿਤ ਹੋ ਜਾਣਾ। ਮਾਇਆ ਦਾ ਵੀ ਅਰਥ ਇਹੋ ਹੀ ਹੁੰਦਾ, ਸਮੋਹਨ। ਜਿਵੇਂ ਪਿੱਛੇ ਤੁਸੀਂ ਸੁਣਿਆ ਸੀ ਵੀ ਬੱਚਾ ਪੈਦਾ ਹੁੰਦਾ ਹੈ ਤੋ ਬਾਹਰ ਸੰਸਾਰ ਵੱਲ ਦੇਖਦਾ ਹੈ, ਬੜਾ ਸੁੰਦਰ ਲੱਗਦਾ, ਚੰਗਾ ਲੱਗਦਾ, ਪਿਆਰਾ ਲੱਗਦਾ। ਤੇ ਆਲੇ ਦੁਆਲੇ ਦੇ ਜਿਹੜੇ ਸਾਰੇ ਲੋਕ ਹਨ, ਆਪਣੇ ਉਹਦੇ ਹਨ, ਮਾਤਾ ਪਿਤਾ ਹਨ, ਪਰਿਵਾਰ ਦੇ ਮੈਂਬਰ ਹਨ, ਉਹਨੂੰ ਦੱਸਦੇ ਹਨ ਇਹ ਤੇਰੇ ਪਿਤਾ ਹੈ, ਤੇਰੀ ਮਾਂ ਹੈ, ਭਰਾ ਹਨ। ਤੇ ਵਾਰ-ਵਾਰ ਉਹਨੂੰ ਦੱਸਣਾ ਪੈਂਦਾ ਹੈ। ਤੇ ਹੌਲੀ ਹੌਲੀ ਉਹ ਦੇਖਦਾ 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 ਉਹਨਾਂ ਦੇ ਨਾਲ ਸਮੋਹਿਤ ਹੋ ਜਾਂਦਾ ਹੈ। ਮਾਂ ਨੂੰ ਦੇਖ ਕੇ ਮਾਂ ਦੇ ਨਾਲ ਅਟੈਚ ਹੋ ਜਾਂਦਾ, ਲਗਾਵ ਹੋ ਜਾਂਦਾ। ਮਾਂ ਨੂੰ ਵੀ ਬੱਚੇ ਦੇ ਨਾਲ ਲਗਾਵ ਹੋ ਜਾਂਦਾ। ਇਹੋ ਹੀ ਮੋਹ ਹੈ। ਫਿਰ ਮੋਹ ਜਿਹੜਾ ਹੈ ਬਦਲਦਾ ਰਹਿੰਦਾ ਹੈ, ਕਿਉਂਕਿ ਜਿਹਦੇ ਨਾਲ ਮੋਹ ਹੈ ਉਹ ਥਿਰ ਨਹੀਂ ਹੈ।
ਪ੍ਰੇਮ ਨਹੀਂ ਬਦਲਦਾ। ਇਹੋ ਹੀ ਤੇ ਭਗਤ ਜੀ ਕਹਿੰਦੇ ਹਨ ਨਾ ਕਿ ਸਾਡਾ ਤੇਰੇ ਨਾਲ ਪ੍ਰੇਮ ਹੋ ਗਿਆ, ਤੂੰ ਛੁੱਟ ਨਹੀਂ ਸਕਦਾ। ਮੋਹ ਤੂੰ ਛੁੱਟ ਸਕਦੇ ਹੋ, ਕਿਉਂਕਿ ਮੋਹ ਟਿਕਿਆ ਹੋਇਆ ਨਹੀਂ, ਮੋਹ ਥਿਰ ਨਹੀਂ ਹੈ। ਤੇ ਜਿਹਦੇ ਨਾਲ ਤੁਹਾਡਾ ਮੋਹ ਹੁੰਦਾ ਹੈ ਉਹੋ ਹੀ ਅਥਿਰ ਹੈ। ਤੇ ਬਾਹਰ ਦੇਖ ਕੇ ਮੋਹ ਪੈ ਗਿਆ, ਫਿਰ ਇਹ ਥਿਰ ਨਹੀਂ ਹੈ। ਤੈਨੂੰ ਥਿਰ ਰੱਖਣ ਵਾਸਤੇ ਰੋਜ਼ ਹੀ ਤੁਹਾਨੂੰ ਕੋਸ਼ਿਸ਼ ਕਰਨੀ ਪੈਂਦੀ ਹੈ। ਜਿਹੜਾ ਸੰਸਾਰਿਕ ਪ੍ਰੇਮ ਹੈ ਤੁਹਾਡਾ, ਮੋਹ ਹੈ। ਰੋਜ਼ ਹੀ ਆਸ਼ਵਾਸਨ ਦੇਣੇ ਪੈਂਦੇ ਹਨ ਪਤੀ ਨੂੰ, ਪਤਨੀ ਨੂੰ, ਵੀ ਮੈਂ ਤੇਰੇ ਨਾਲ ਬਹੁਤ ਪ੍ਰੇਮ ਕਰਦਾ ਹਾਂ, ਮੈਂ ਤੇਰੇ ਨਾਲ ਬਹੁਤ ਪ੍ਰੇਮ ਕਰਦੀ ਹਾਂ। ਕੋਈ ਨਾ ਕੋਈ ਚੀਜ਼ ਖਰੀਦ ਕੇ ਦੇਣੀ ਪਵੇਗੀ, ਉਹਦੀਆਂ ਲੋੜਾਂ ਪੂਰੀਆਂ ਕਰਨ ਪੈਣਗੀਆਂ। ਭਾਵੇਂ ਅੰਦਰੋਂ ਤੁਸੀਂ ਨਾ ਵੀ ਚਾਹੁੰਦੇ ਹੋ, ਪਰ ਦੂਸਰੇ ਨੂੰ ਪਤਾ ਲੱਗੇ ਵੀ ਮੈਂ ਬਹੁਤ ਪ੍ਰੇਮ ਕਰਦਾ। ਇਸੇ ਕਰਕੇ ਕਰ ਰਹੇ ਹੋ ਨਾ ਤੁਸੀਂ, ਵੀ ਦੂਸਰਾ ਸੋਚੇ ਨਾ ਮੈਂ ਤੇਰੇ ਨਾਲ ਪ੍ਰੇਮ ਨਹੀਂ ਕਰ ਰਿਹਾ। ਤੇ ਪ੍ਰੇਮ ਤੇ ਸਦਾ ਹੁੰਦਾ ਨਹੀਂ ਹੈ, ਲਗਾਵ ਰਹਿ ਨਹੀਂ ਸਕਦਾ। ਇਹ ਸੰਸਾਰੀ ਹੈ, ਸੰਸਾਰੀ ਮੋਹ ਹੈ। ਮੈਂ ਸੰਸਾਰੀ ਮੋਹ ਨੂੰ ਵੀ ਪ੍ਰੇਮ ਹੀ ਕਹਿ ਰਿਹਾ ਕਿਉਂਕਿ ਤੁਸੀਂ ਪ੍ਰੇਮ ਕਹਿੰਦੇ ਹੋ। ਇਹਨੂੰ ਥਿਰ ਰੱਖਣਾ ਪੈਂਦਾ ਹੈ। ਇਹ ਥਿਰ ਰਹਿੰਦਾ ਨਹੀਂ ਹੈ, ਕਿਉਂਕਿ ਵਿਚਾਰਾਂ ਦੇ ਤਲ ਤੇ ਕੁਛ ਵੀ ਥਿਰ ਨਹੀਂ ਰਹਿੰਦਾ ਹੈ, ਟਿਕਿਆ ਨਹੀਂ ਰਹਿੰਦਾ। ਇਹੋ ਹੀ ਕਾਰਨ ਹੈ, ਜਿਵੇਂ ਪਹਿਲੇ ਪਹਿਲ ਕੋਈ ਬਹੁਤ ਪ੍ਰੇਮ ਕਰਦਾ ਹੈ, ਕਹਿੰਦਾ ਹੈ ਮੈਂ ਤੇਰੇ ਤੋਂ ਬਗੈਰ ਰਹਿ ਨਹੀਂ ਸਕਦਾ। ਤੇ ਉਹ ਹੀ ਬਾਅਦ ਦੇ ਵਿੱਚ ਇੱਕ ਦੂਸਰੇ ਦੇ ਨਾਲ ਰਹਿਣ ਨੂੰ ਤਿਆਰ ਨਹੀਂ ਹੁੰਦੇ ਹਨ। ਕੁਝ ਚਿਰ ਸਾਥ ਰਹਿ ਜਾਣ, ਵਿਆਹ ਹੋ ਜਾਵੇ, ਕੱਟ ਜਾਂਦਾ ਹੈ, ਹੌਲੀ ਹੌਲੀ ਮਿਟ ਵੀ ਜਾਂਦਾ। ਪਰ ਫਿਰ ਵੀ ਸੰਸਾਰ ਦੇ ਵਿੱਚ ਤੁਹਾਡਾ ਜੀਵਨ ਠੀਕ ਠਾਕ ਨਾ ਚੱਲਦਾ ਰਹੇ। ਇਸ ਕਰਕੇ ਤੁਸੀਂ ਇੱਕ ਦੂਸਰੇ ਨੂੰ ਯਾਦ ਦਿਵਾਉਂਦੇ ਰਹਿੰਦੇ ਹੋ, ਮੇਰਾ ਬਹੁਤ ਪ੍ਰੇਮ ਹੈ, ਘਟਿਆ ਨਹੀਂ, ਮੈਂ ਉੱਦਾਂ ਹੀ ਕਰ ਰਿਹਾ ਹਾਂ ਜਿੱਦਾਂ ਪਹਿਲਾਂ ਕਰਦਾ ਸੀ, ਜਾਂ ਉੱਦਾਂ ਹੀ ਕਰਦੇ ਹੀ ਹਾਂ। ਬੱਚੇ ਵੀ ਇੱਦਾਂ ਹੀ ਮਾਤਾ ਪਿਤਾ ਨੂੰ ਯਾਦ ਦਿਵਾਉਂਦੇ ਰਹਿੰਦੇ ਹਨ, ਪਰ ਉਹ ਘੱਟ ਦਿਵਾਉਂਦੇ ਹਨ ਕਿਉਂਕਿ ਉਹਨਾਂ ਦੀ ਇੱਛਾ ਗਾਂਹ ਹੁੰਦੀ, ਉਹਨਾਂ ਦਾ ਮੋਹ ਅੱਗੇ ਲੱਗਦਾ ਹੈਗਾ। ਬੱਚਿਆਂ ਦਾ ਮਾਤਾ ਪਿਤਾ ਨਾਲ ਘੱਟ ਹੁੰਦਾ ਹੈ, ਉਹ ਆਪਣੇ ਬੱਚਿਆਂ ਨਾਲ ਅੱਗੇ ਕਰਦੇ ਹਨ, ਉਹਨਾਂ ਦਾ ਗਾਹਾਂ ਚਲੇ ਜਾਂਦਾ ਹੈ। ਬਦਲਦਾ ਰਹਿੰਦਾ ਹੈ ਨਾ, ਜਿੰਨਾ ਚਿਰ ਤੇ ਬੱਚਾ ਵਿਆਹ ਨਹੀਂ ਹੁੰਦਾ ਹੈ ਮਾਤਾ ਪਿਤਾ 'ਤੇ ਨਿਰਭਰ ਹੁੰਦਾ ਹੈ, ਜ਼ਿਆਦਾ ਹੁੰਦਾ ਹੈ ਮਾਤਾ ਪਿਤਾ ਵੱਲ ਧਿਆਨ। ਫਿਰ ਵਿਆਹਿਆ ਜਾਂਦਾ ਹੈ, ਫਿਰ ਆਪਣੇ ਪਰਿਵਾਰ ਵੱਲ ਧਿਆਨ, ਆਪਣੇ ਬੱਚਿਆਂ ਵੱਲ ਧਿਆਨ, ਉਹਨਾਂ ਨਾਲ ਮੋਹ ਹੋ ਜਾਂਦਾ, ਮਾਤਾ ਪਿਤਾ ਵੱਲ ਘੱਟ ਜਾਂਦਾ। ਮਾਤਾ ਪਿਤਾ ਨਾਰਾਜ਼ ਵੀ ਹੁੰਦੇ ਹਨ ਵੀ ਸਾਡੇ ਵੱਲ ਧਿਆਨ ਹੀ ਨਹੀਂ ਦਿੰਦਾ ਹੈ, ਭੁੱਲ ਗਿਆ। ਪਰ ਮੋਹ ਤਾਂ ਇੱਕੋ ਹੀ ਹੈ ਨਾ, ਦੇਖੋ ਮਨ ਤਾਂ ਇੱਕੋ ਹੀ ਹੈ। ਉਹ ਕਿਹੜੇ ਕਿਹੜੇ ਪਾਸੇ ਲਾਵੇ, ਆਪਣੇ ਬੱਚਿਆਂ ਵੱਲ ਲਾਵੇ ਕਿ ਤੁਹਾਡੇ ਵੱਲ ਲਾਵੇ, ਕਿ ਕਾਰੋਬਾਰ ਵੱਲ ਲਾਵੇ। ਤੇ ਆਦਮੀ ਇਹ ਫਿਰ ਮੋਹ ਨੂੰ ਟਿਕਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਵੀ ਟਿਕਿਆ ਰਵੇ, ਪਰ ਟਿਕਦਾ ਹੈ ਨਹੀਂ, ਟਿਕ ਸਕਦਾ ਨਹੀਂ, ਕਿਉਂਕਿ ਜਿੱਥੇ ਹੈ ਉਹ ਥਿਰ ਨਹੀਂ ਹੈ, ਕਿਸੇ ਵੀ ਚੀਜ਼ ਤੇ ਨਹੀਂ ਟਿਕਦਾ ਹੈ। ਧਨ ਹੈ, ਧਨ ਤੇ ਵੀ ਬੜਾ ਕਈਆਂ ਦਾ ਮੋਹ ਹੁੰਦਾ ਹੈ, ਇੱਥੇ ਪੈਰ ਯਾਦ ਰੱਖਦੇ ਹਨ। ਤੇ ਧਨ ਖੁੱਸਣ ਦਾ ਵੀ ਡਰ ਹੁੰਦਾ ਹੈ ਵੀ ਹੱਥੋਂ ਨਿਕਲ ਗਿਆ ਤੇ ਫਿਰ, ਇਸ ਕਰਕੇ ਉਹਨੇ ਦੇ ਨਾਲ ਲਗਾਵ ਰੱਖਣ ਵਾਸਤੇ ਉਹਨੂੰ ਚੇਤੇ ਰੱਖਣਾ ਪਵੇਗਾ। ਪਤਾ ਨਹੀਂ ਹੈ, ਬੈਂਕਾਂ 'ਚ ਵੀ ਸੇਫ ਨਹੀਂ ਹੈ ਅੱਜ ਕੱਲ੍ਹ, ਕੀ ਹੋ ਜਾਵੇ, ਸੋਚਦਾ ਰਹਿੰਦਾ ਹੈ ਆਦਮੀ। ਘਰ ਦੇ ਨਾਲ ਮੋਹ ਹੈ ਕਈਆਂ ਦਾ ਮੋਟਰਾਂ ਗੱਡੀਆਂ ਨਾਲ ਬੜਾ ਹੁੰਦਾ, ਉਹਨਾਂ ਦਾ ਬੜਾ ਖਿਆਲ ਰੱਖਦੇ। ਪਰ ਥਿਰ ਚੀਜ਼ ਦਾ ਨਾਲ ਫਿਰ ਵੀ ਮੋਹ ਤੁਹਾਡਾ ਟਿਕਿਆ ਰਹਿੰਦਾ ਹੈ, ਕਿਉਂਕਿ ਥਿਰ ਹੈ। ਪਰ ਜਿਹੜੀ ਜੀਵਤ ਹੈ ਉਹਦੇ ਨਾਲ ਟਿਕਣਾ ਬੜਾ ਹੀ ਕਠਿਨ ਹੈ, ਇਸ ਕਰਕੇ ਉਹਦਾ ਨਾਲ ਛੇਤੀ ਟੁੱਟਦਾ ਹੈ, ਵਾਰ-ਵਾਰ ਟੁੱਟਦਾ ਰਹਿੰਦਾ ਹੈ। ਤੁਸੀਂ ਬਣਾਉਂਦੇ ਰਹਿੰਦੇ ਹੋ, ਅਕਾਰਨ ਹੀ ਟੁੱਟ ਜਾਂਦਾ ਹੈ। ਕਈ ਵਾਰ ਮਾੜੀ ਜਿਹੀ ਕੋਈ ਗੱਲ ਹੋ ਜਾਵੇ, ਭੁੱਲ ਚੁੱਕ ਹੋ ਜਾਵੇ, ਤੇ ਦੂਸਰਾ ਨਾਰਾਜ਼ ਹੋ ਜਾਂਦਾ। ਤੁਸੀਂ ਸੋਚਦੇ ਹੋ ਮੈਂ ਇੰਨਾ ਪ੍ਰੇਮ ਕਰਦਾ,
ਕੀ ਹੋ ਗਿਆ, ਇੱਕ ਮਾੜੀ ਮੋਟੀ ਭੁੱਲ ਚੁੱਕ ਹੋ ਗਈ, ਗਲਤੀ ਹੋ ਗਈ, ਇੰਨਾ ਗੁੱਸੇ ਹੋਣਾ ਚਾਹੀਦਾ ਸੀ। ਮੈਂ ਤਾਂ ਪ੍ਰੇਮ ਕਰਦਾ। ਫਿਰ ਤੁਸੀਂ ਗਲਤੀ ਸੁਧਾਰਦੇ ਹੋ, ਫਿਰ ਉਸ ਲੀਜ 'ਤੇ ਪਟੜੀ 'ਤੇ ਲੈ ਕੇ ਆਉਂਦੇ ਹੈ ਗੱਡੀ ਵੀ ਮੈਂ ਬਹੁਤ ਪ੍ਰੇਮ ਹੈ। ਫਿਰ ਧੀਰੇ ਧੀਰੇ ਨੋਰਮਲ ਹੁੰਦਾ ਹੈ ਜੀਵਨ। ਫਿਰ ਕਿਸੇ ਨਾ ਕਿਸੇ ਗੱਲੋਂ ਫਿਰ ਨਾਰਾਜ਼ਗੀ ਹੋ ਜਾਂਦੀ ਹੈ, ਫਿਰ ਪਰੇਸ਼ਾਨੀ ਹੋ ਜਾਂਦੀ, ਟਿਕਦਾ ਨਹੀਂ ਹੈ। ਇਹ ਮੋਹ ਟਿਕ ਨਹੀਂ ਸਕਦਾ ਹੈ, ਕਿਉਂਕਿ ਮਨ ਹੀ ਨਹੀਂ ਟਿਕ ਰਿਹਾ ਹੈ ਨਾ। ਅਤੇ ਨਾ ਜੋ ਜਿੱਥੇ ਮਨ ਲੱਗਾ ਹੋਇਆ ਉਹ ਚੀਜ਼ ਟਿਕ ਰਹੀ, ਉਹ ਵੀ ਬਦਲ ਰਹੀ ਹੈ। ਤੁਹਾਡੀ ਉਮਰ ਵੱਧ ਰਹੀ, ਸਭ ਕੁਛ ਬਦਲ ਰਿਹਾ ਹੈ, ਜੀਵਨ ਬਦਲ ਰਿਹਾ ਹੈ, ਸੰਬੰਧ ਬਦਲ ਰਿਹਾ ਹੈ, ਟਿਕਿਆ ਹੋਇਆ ਨਹੀਂ ਹੈ ਨਾ। ਅਤੇ ਤੁਸੀਂ ਸਾਰੀ ਜ਼ਿੰਦਗੀ ਟਿਕਾਉਂਦੇ ਰਹਿੰਦੇ ਹੋ, ਇਸ ਮੋਹ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹੋ। ਪਰਿਵਾਰ 'ਚ, ਆਲੇ ਦੁਆਲੇ ਰਿਸ਼ਤੇਦਾਰਾਂ ਦੇ ਨਾਲ ਟੈਲੀਫੋਨ ਕਰਦੇ ਰਹੋ, ਹਾਲ ਚਾਲ ਪੁੱਛਦੇ ਰਹੋ, ਦਿਨ ਤਿਉਹਾਰ 'ਤੇ ਉਹਨਾਂ ਨੂੰ ਯਾਦ ਰੱਖੋ ਅਤੇ ਉਹਨਾਂ ਦਾ ਖਿਆਲ ਰੱਖੋ, ਉਹਨਾਂ ਦੀ ਖੁਸ਼ਾਮਦ ਕਰਦੇ ਰਹੋ, ਰਿਸ਼ਵਤ ਦਿੰਦੇ ਰਹੋ, ਉਹ ਤੁਹਾਡਾ ਖਿਆਲ ਰੱਖਣ, ਤੁਸੀਂ ਉਹਨਾਂ ਦਾ ਖਿਆਲ ਰੱਖਿਓ। ਮੋਹ ਬਣਿਆ ਰਹੇ, ਪਰ ਫਿਰ ਵੀ ਨਹੀਂ ਬਣਿਆ ਰਹਿੰਦਾ, ਕਿਸੇ ਨਾ ਕਿਸੇ ਗੱਲੋਂ ਫਿਰ ਵੀ ਟੁੱਟਦਾ ਰਹਿੰਦਾ, ਮਰਨ ਵੇਲੇ ਤਾਂ ਟੁੱਟ ਹੀ ਜਾਂਦਾ। ਇਹ ਤਾਂ ਮੋਹ ਜਿਹੜਾ ਹੈ ਨਾ, ਟਿਕਦਾ ਨਹੀਂ। ਇਹੋ ਹੀ ਮਾਇਆ ਹੈ। ਮਾਇਆ ਦਾ ਕੀ ਅਰਥ ਹੁੰਦਾ ਹੈ ਵੀ ਜਿਹਦੇ 'ਤੇ ਤੁਸੀਂ ਆਕਰਸ਼ਿਤ ਹੋ ਗਏ, ਸਮੋਹਿਤ ਹੋ ਗਏ, ਹਿਪਨੋਟਾਈਜ਼ ਜਿਵੇਂ ਕਹਿੰਦੇ ਹਨ, ਸਮੋਹਿਤ ਹੋ ਗਏ, ਉਹਦੇ ਨਾਲ ਲਗਾਵ ਹੋ ਗਿਆ। ਜ਼ਿਆਦਾ ਲਗਾਵ ਹੋ ਜਾਵੇ, ਉਹ ਤੋਂ ਬਗੈਰ ਤੁਸੀਂ ਰਹਿ ਵੀ ਨਹੀਂ ਸਕਦੇ। ਤੁਸੀਂ ਕਹਿੰਦੇ ਮੈਂ ਜੀ ਨਹੀਂ ਸਕਦਾ, ਬਲਕਿ ਉਹਦੇ ਨਾਲ ਭਾਵੇਂ ਲੈਣਾ ਦੇਣਾ ਵੀ ਕੋਈ ਨਾ ਹੋਵੇ, ਉਹ ਰੋਟੀ ਵੀ ਅਲੱਗਾ, ਸਰੀਰ ਤਾਂ ਅਲੱਗ ਅਲੱਗ ਹੀ ਹਨ, ਰੋਟੀ ਵੀ ਅਲੱਗ ਅਲੱਗ ਹੀ ਖਾ ਰਹੇ ਹਨ, ਪਰ ਮੋਹ ਦਾ ਕਰਕੇ ਤੂੰ ਮੇਰੇ ਕੋਲ ਹੋਵੇਂ ਤਾਂ ਹੀ, ਨਹੀਂ ਤਾਂ ਨਹੀਂ। ਪਰ ਉਹ ਵੀ ਸਦਾ ਨਹੀਂ ਰਹਿੰਦਾ, ਪਰ ਰਹਿ ਵੀ ਜਾਵੇ ਸਦਾ, ਕੋਸ਼ਿਸ਼ ਕਰਦਾ ਰਹਿੰਦੇ ਹਨ ਕਈ, ਬਹੁਤ ਅੰਤ ਸਮੇਂ ਤੱਕ ਰਹਿ ਜਾਵੇ, ਫਿਰ ਵੀ ਇਹ ਟੁੱਟਦਾ ਹੈ, ਕਿਉਂਕਿ ਸਰੀਰਿਕ ਹੈ, ਬਾਹਰ ਹੈ। ਮਾਨਸਿਕ ਤਲ ਵਾਲਾ ਵੀ ਨਹੀਂ ਟਿਕਦਾ ਹੈ, ਵਿਚਾਰਾਂ ਦੇ ਤਲ 'ਤੇ ਵੀ ਨਹੀਂ ਟਿਕਦਾ, ਅਤੇ ਸਰੀਰ ਵੀ ਜਾ ਰਿਹਾ ਹੈ। ਫਿਰ ਮਰੇਗਾ ਸਰੀਰ ਅਤੇ ਉਦੋਂ ਟੁੱਟੇਗਾ ਨਾ, ਉਦੋਂ ਫਿਰ ਬੜਾ ਦੁੱਖ ਹੁੰਦਾ। ਅਤੇ ਜਿਹੜੇ ਆਪਣੇ ਸਨ ਸਾਰੇ ਹੀ ਪਰਾਏ ਹੋ ਗਏ, ਸਭ ਵਿਛੜ ਗਏ। ਆਪਣੇ ਹੀ ਜਿਹੜੇ ਹਨ, ਉਹ ਹੀ ਫਟਾਫਟ ਕਹਿੰਦੇ ਹਨ ਇਹਨੂੰ ਪਾਲੋ, ਫਟਾਫਟ ਲੈ ਕੇ ਜਾਓ ਅਰਥੀ 'ਤੇ, ਛੇਤੀ ਕਰੋ, ਬੜੀ ਕਾਹਲੀ ਦੇ ਵਿੱਚ ਹੁੰਦੇ ਹਨ। ਵੀ ਆਪਣੇ ਹੀ ਅੱਗ ਦੇ ਵਿੱਚ ਸਾੜ ਦਿੰਦੇ ਹਨ, ਆਪਣੇ ਹੀ ਦੱਬ ਦਿੰਦੇ ਹਨ, ਫਟਾਫਟ ਲੈ ਜਾਂਦੇ ਹਨ, ਘਰੋਂ ਕੱਢ ਦਿੰਦੇ, ਭੁੱਲ ਜਾਂਦੇ ਹਨ 4 ਦਿਨ ਬਾਅਦ। ਆਪਣੇ ਜਿਨ੍ਹਾਂ ਨੇ ਇੰਨਾ ਮੋਹ ਕੀਤਾ, ਸਾਰੀ ਜ਼ਿੰਦਗੀ ਕਮਾਈ ਕੀਤੀ, ਇਹਨਾਂ ਦੀ ਪਰਵਰਿਸ਼ ਕੀਤੀ, ਇਹਨਾਂ ਵਾਸਤੇ ਸਾਰਾ ਜੀਵਨ ਲਾ ਦਿੱਤਾ, ਬੜਾ ਦੁੱਖ ਹੁੰਦਾ ਹੈ ਉਦੋਂ ਅੰਤ ਸਮੇਂ। ਉਹੋ ਹੀ ਪੀੜਾ ਹੈ, ਤੜਫਣ ਹੈ। ਤਾਂ ਉਹ ਫਿਰ ਆਦਮੀ ਦੀ ਆਤਮਾ ਵੀ ਉੱਥੇ ਘੁੰਮਦੀ ਰਹਿੰਦੀ, ਕਿਉਂਕਿ ਮੋਹ ਦਾ ਕਰਕੇ ਮੋਹਿਤ ਹੋ ਗਿਆ ਨਾ, ਗੇੜੇ ਕੱਢਦਾ ਰਹਿੰਦਾ, ਪਰ ਹੁਣ ਕੋਈ ਸੁਣ ਨਹੀਂ ਸਕਦਾ, ਨਾ ਉਹ ਦੱਸ ਸਕਦਾ ਹੈ ਕੀ ਕਰੇ, ਹੁਣ ਤੇ ਤੜਫ ਹੀ ਰਹਿ ਗਈ ਨਾ। ਇਹੋ ਹੀ ਨਰਕ ਹੈ। ਨਰਕ ਦਾ ਭਾਵ ਵੀ ਹੁਣ ਤੁਹਾਡੇ ਆਪਣੇ ਹੀ ਤੁਹਾਡੀ ਗੱਲ ਨਹੀਂ ਸੁਣਨਗੇ, ਜਿਨ੍ਹਾਂ ਨੇ ਇੰਨਾ ਮੋਹ ਕੀਤਾ। ਇਹੋ ਹੀ ਤੜਫ ਹੈ ਨਾ, ਜਿਵੇਂ ਜੀਂਦੇ ਜੀ ਤੁਹਾਡਾ ਆਪਣਾ ਕੋਈ ਗੱਲ ਨਹੀਂ ਸੁਣਦਾ ਹੈ, ਤੁਹਾਡੇ ਨਾਲ ਪ੍ਰੇਮ ਨਹੀਂ, ਤੁਸੀਂ ਬਹੁਤ ਕਰਦੇ ਹੋ, ਅਤੇ ਕਿੰਨਾ ਗੁੱਸਾ ਆਉਂਦਾ, ਨਾਰਾਜ਼ਗੀ ਹੁੰਦੀ। ਜੀਂਦੇ ਜੀ ਤੇ ਫਿਰ ਵੀ ਤੁਸੀਂ ਕਹਿ ਦਿੰਦੇ ਹੋ ਕੁਛ ਨਾ ਕੁਛ, ਉਹ ਮਰਨ ਤੋਂ ਬਾਅਦ ਕਿਵੇਂ ਕਹੋਗੇ ਜਿੰਨਾ ਜਵਾਨ ਹੈ ਕਹਿਣ ਵਾਲੇ, ਸਰੀਰ ਹੀ ਨਹੀਂ ਹੈ। ਤਾਂ ਉਹ ਜਿਹੜੀ ਤੜਫਣ ਹੈ ਨਾ, ਉਹ ਬਹੁਤ ਬੁਰੀ ਹੈ, ਕਿਉਂਕਿ ਉਹਦੇ ਵਿੱਚ ਸੁਣਵਾਈ ਕੋਈ ਨਹੀਂ। ਅਤੇ ਉਹ ਹੀ ਮੋਹ ਜਿਹੜਾ ਹੈ ਨਾ, ਉਹ ਫਿਰ ਉੱਥੇ ਕੀ ਲੈ ਕੇ ਆ ਜਾਂਦਾ ਹੈ ਜਿੱਥੇ ਤੁਹਾਡਾ ਮੋਹ ਹੁੰਦਾ ਹੈ, ਪਰ ਪਿਛਲਾ ਭੁੱਲ ਜਾਂਦਾ ਹੈ ਜਦੋਂ ਤੁਸੀਂ ਨਵੇਂ ਆਕਾਰ ਦੇ ਵਿੱਚ ਆਉਂਦੇ ਹੋ। ਪਿਛਲੀ ਸਿਮਰਤੀ ਜਿਹੜੀ ਦੱਬ ਜਾਂਦੀ, ਫਿਰ ਨਵੀਂ ਸ਼ੁਰੂ ਹੋ ਜਾਂਦੀ, ਉਹ ਵੀ ਭਲਾ ਹੀ ਹੈ। ਨਹੀਂ ਤੇ ਆਦਮੀ ਦਾ ਜੀਣਾ ਔਖਾ ਹੋ ਜਾਵੇ ਜੇ ਪੁਰਾਣੀ ਸਿਮਰਤੀ ਵੀ ਹੋ ਜਾਏ, ਯਾਦਾਸ਼ਤ ਆ ਜਾਵੇ ਤੁਹਾਨੂੰ ਪੁਰਾਣੀ ਪਿਛਲੀ, ਤੇ ਜੀਵਨ ਬਹੁਤ ਕਠਿਨ ਹੋ ਜਾਵੇ। ਇਹੋ ਸਿਮਰਤੀ ਬੋਝ ਬਣ ਜਾਂਦੀ,
ਕਈਆਂ ਨੂੰ ਰਹਿ ਜਾਂਦੀ ਹੈ ਪੁਰਾਣੀ, ਕਦੇ ਕਦੇ ਦੁਰਘਟਨਾ ਹੁੰਦੀ ਹੈ, ਪੁਰਾਣੀ ਸਿਮਰਤੀ ਯਾਦ ਆ ਗਈ ਕਿਸੇ ਨੂੰ, ਬੱਚੇ ਨੂੰ, ਪਰ ਉਹਦਾ ਜੀਵਨ ਬਹੁਤ ਕਠਿਨ ਹੋ ਜਾਂਦਾ ਹੈ। ਉਹ ਫਿਰ ਜੀ ਨਹੀਂ ਸਕਦਾ, ਕਿਉਂਕਿ ਬਹੁਤ ਜ਼ਿਆਦਾ ਸਿਮਰਤੀ ਦੁਖਦਾਈ, ਪਿਛਲਾ ਸਾਰਾ ਕੁਝ ਚੇਤੇ ਆ ਜਾਵੇ। ਇਹੋ ਹੀ ਜਿਹੜਾ ਚੇਤੇ ਹੈ ਇਹੋ ਔਖਾ ਕਰਦਾ। ਤੇ ਯਾਦ ਹੈ, ਯਾਦ ਕਿਉਂ ਰਹਿੰਦਾ ਹੈ? ਮੋਹ ਕਰਕੇ। ਤੁਸੀਂ ਸਮੋਹਿਤ ਹੋ ਜਾਂਦੇ ਹੋ। ਇਹਨੂੰ ਹੀ ਮਾਇਆ ਕਿਹਾ ਹੈ। ਮਾਇਆ ਦਾ ਅਰਥ ਹੈ ਵੀ ਤੁਸੀਂ ਹੌਲੀ ਹੌਲੀ ਜਿਹਨੂੰ ਦੇਖਦੇ ਹੋ, ਉਹਦੇ ਵੱਲ ਧਿਆਨ ਕਰਦੇ ਹੋ, ਉਹਦੇ ਨਾਲ ਪਿਆਰ ਕਰਦੇ ਹੋ, ਆਪਣਾ ਸਮਝਦੇ ਹੋ, ਮਮਤਾ ਮੇਰਾ ਹੈ, ਮੇਰਾ ਹੈ, ਮੇਰਾ ਹੈ, ਮੇਰੀ ਮੇਰੀ ਕਰਦੇ ਹੋ, ਉਹਦੇ ਨਾਲ ਸਮੋਹਿਤ ਹੋ ਜਾਂਦੇ ਹੋ। ਤੁਸੀਂ ਚਾਹੁੰਦੇ ਹੋ ਫਿਰ ਸਦਾ ਹੀ ਮੇਰੇ ਨਾਲ ਰਵੇ, ਮੇਰੇ ਸੰਗ ਰਵੇ, ਸਦਾ ਹੀ। ਹੁਣ ਕਿਵੇਂ ਰਹਿ ਸਕਦਾ ਕੋਈ? ਰਹਿ ਵੀ ਜਾਵੇ ਤਾਂ ਵੀ ਮਰਨਾ ਤੇ ਹੈ ਹੀ ਨਾ। ਤੇ ਮੌਤ ਵੇਲੇ ਫਿਰ ਦੁੱਖ ਹੋਵੇ, ਤੜਫ ਹੋਵੇਗੀ, ਜੁਦਾ ਹੋਵੋਗੇ। ਤੇ ਜਿਹੜਾ ਅਥੇਰ ਜਗਤ ਦੇ ਨਾਲ ਤੁਹਾਡਾ ਪ੍ਰੇਮ ਹੈ ਨਾ, ਉਹਨੂੰ ਹੀ ਮੋਹ ਕਹਿੰਦੇ ਹਨ। ਇਹ ਗੱਲ ਖਿਆਲ ਵਿੱਚ ਰੱਖਿਓ। ਫਿਰ ਜੋ ਵੀ ਤੁਸੀਂ ਦੇਖ ਰਹੇ ਹੋ, ਜਿਵੇਂ ਵੀ ਤੁਸੀਂ ਪ੍ਰੇਮ ਕਰ ਰਹੇ ਹੋ, ਸਭ ਅਥਿਰ ਹੈ। ਤੁਸੀਂ ਥਿਰ ਕਰਨ ਦੀ ਕੋਸ਼ਿਸ਼ ਕਰਦੇ, ਹੁੰਦਾ ਨਹੀਂ। ਤੇ ਇਹਨੂੰ ਫਿਰ ਵਾਰ-ਵਾਰ ਟਿਕਾਉਣਾ ਪੈਂਦਾ ਹੈ, ਥਿਰ ਕਰਨਾ ਪੈਂਦਾ ਹੈ। ਤੁਸੀਂ ਖਿਆਲ ਰੱਖਦੇ ਹੋ, ਟਿਕਾਉਂਦੇ ਰਹਿੰਦੇ ਹੋ। ਇਸ ਮੋਹ ਦੁਆਰਾ ਹੰਕਾਰ ਦੀ ਵੀ ਤ੍ਰਿਪਤੀ ਹੁੰਦੀ ਹੈ। ਜਿੰਨੇ ਤੁਹਾਨੂੰ ਮੋਹ ਕਰਨ ਵਾਲੇ ਜ਼ਿਆਦਾ ਸਮੋਹਿਤ ਹੁੰਦੇ ਹਨ, ਤੁਹਾਡੇ ਤੋਂ ਆਕਰਸ਼ਿਤ ਹੁੰਦੇ ਹਨ, ਉਹਨਾਂ ਤੁਹਾਡਾ ਹੰਕਾਰ ਵੀ ਵੱਧਦਾ। ਹੰਕਾਰ ਦੀ ਬਿਮਾਰੀ ਵੀ ਇਹ ਤੋਂ ਵੱਧਦੀ। ਤੇ ਬਾਹਰੋਂ ਤੁਸੀਂ ਜੋੜ ਕੇ ਰੱਖਦੇ ਹੋ, ਕੋਸ਼ਿਸ਼ ਵੀ ਕਰਦੇ ਰਹਿੰਦੇ ਹੋ, ਜੋੜਦੇ ਵੀ ਰਹਿੰਦੇ ਹੋ, ਜੁੜਦਾ ਨਹੀਂ, ਕਿਸੇ ਦਾ ਨਹੀਂ ਜੁੜਿਆ। ਪਰਿਵਾਰਾਂ ਦੇ ਵਿੱਚ ਵੀ ਇੱਦਾਂ ਹੀ ਕੋਸ਼ਿਸ਼ ਚੱਲ ਰਹੀ ਇੱਕ ਦੂਸਰੇ ਦੇ ਨਾਲ ਵੀ ਪ੍ਰੇਮ ਬਣਿਆ ਰਹੇ। ਫਿਰ ਤੁਸੀਂ ਖਿਆਲ ਕਰੋ, ਅੰਦਰੋਂ ਵੀ ਜਾਣਦੇ ਹੋ ਮੈਨੂੰ ਪ੍ਰੇਮ ਨਹੀਂ ਹੈ, ਪਰ ਦੂਸਰੇ ਨੂੰ ਜਣਾਉਂਦੇ ਰਹਿੰਦੇ ਹੋ ਮੈਨੂੰ ਬਹੁਤ ਪ੍ਰੇਮ ਹੈ, ਕਿਉਂਕਿ ਦੂਸਰਾ ਬੁਰਾ ਨਾ ਮੰਨੇ। ਆਪਣੇ ਆਪ ਨੂੰ ਤੁਹਾਨੂੰ ਪਤਾ ਹੀ ਹੈ ਪ੍ਰੇਮ ਨਹੀਂ ਹੈ ਹੁਣ ਕੋਈ, ਵੀ ਇੰਨਾ ਸਮਾਂ ਨਾਲ ਰਹਿ ਗਏ, ਹੁਣ ਕਿੱਥੇ ਰਹਿਣਾ ਹੈ ਪ੍ਰੇਮ। ਪਰ ਉਤੋਂ ਝੂਠਾ ਆਸ਼ਵਾਸਨ ਵੀ ਮੈਨੂੰ ਬਹੁਤ ਪ੍ਰੇਮ ਹੈ। ਤੇ ਦੂਸਰਾ ਵੀ ਇੱਦਾਂ ਹੀ ਕਰਦਾ ਹੈ, ਉਹਨੂੰ ਵੀ ਨਹੀਂ ਹੈ, ਉਹ ਵੀ ਉੱਪਰੋਂ ਜਣਾਉਂਦਾ ਰਹਿੰਦਾ, ਤੇ ਸੰਬੰਧ ਬਣਿਆ ਰਹਿੰਦਾ ਹੈ, ਤੇ ਸੰਸਾਰ ਚੱਲਦਾ ਰਹਿੰਦਾ। ਇਸ ਕਰਕੇ ਜੀਵਨ ਝੂਠ ਹੋ ਜਾਂਦਾ ਹੈ ਨਾ। ਝੂਠਾ ਫੇਸ ਦਿਖਾਉਂਦੇ ਇੱਕ ਦੂਸਰੇ ਨੂੰ, ਝੂਠਾ ਚਿਹਰਾ, ਇੱਕ ਦੂਸਰੇ ਵੱਲ ਦੇ ਕੇ ਹੱਸਦੇ ਮੁਸਕਰਾਉਂਦੇ ਵੀ ਬੜਾ ਵਧੀਆ ਲੱਗਾ ਤੈਨੂੰ ਦੇਖ ਕੇ, ਬੜਾ ਪ੍ਰੇਮ ਹੈ, ਬੜੇ ਚਿਰ ਬਾਅਦ ਮਿਲੇ। ਏਦਾਂ ਦਿਖਾਉਂਦੇ ਜਿਵੇਂ ਬਹੁਤ ਜ਼ਿਆਦਾ ਪ੍ਰੇਮ ਹੁੰਦਾ। ਅੰਦਰੋਂ ਭਾਵੇਂ ਉਲਟੀ ਗੱਲ ਹੋ ਰਹੀ ਹੋਵੇ ਵੀ ਕਿੱਥੋਂ ਮੱਥੇ ਲੱਗ ਗਏ, ਕਿੱਥੋਂ ਘਰ ਆ ਗਿਆ, ਆ ਬਿਮਾਰੀ ਦਾ ਸਮਾਂ ਚੱਲ ਰਿਹਾ ਹੈ, ਕਿਉਂ ਆ ਗਿਆ ਸਾਡੇ ਘਰ, ਅਸੀਂ ਸੱਦਿਆ ਸੀ। ਅੰਦਰ ਭਾਵੇਂ ਉਲਟਾ ਚੱਲ ਰਿਹਾ ਹੋਵੇ, ਬਾਹਰ ਤੁਸੀਂ ਦਿਖਾਉਂਦੇ ਹੋ। ਕਿਉਂ ਦਿਖਾਉਂਦੇ ਹੋ? ਇਹੋ ਹੀ ਝੂਠ ਹੈ ਨਾ। ਸੰਸਾਰ ਝੂਠ ਦੇ ਸਹਾਰੇ ਚੱਲ ਰਿਹਾ। ਸਭ ਚਾਰ ਸਵੇਰੇ ਤੁਹਾਡੇ ਚਾਰ ਜਿੰਨੇ ਵੀ ਲੋਕ ਹਨ, ਝੂਠੇ ਫੇਸ ਲਈ ਫਿਰਦੇ ਹਨ, ਝੂਠੇ ਚਿਹਰੇ, ਝੂਠੇ ਨਕਾਬ। ਵਾਸਤਵਿਕ ਥੋੜ੍ਹੀ ਹੈ ਕੋਈ। ਜੋ ਹੈ ਦਿਲ ਦੇ ਅੰਦਰ ਉਹ ਥੋੜ੍ਹੀ ਦੱਸ ਰਹੇ ਹਨ ਜਿਹੜੇ ਚਾਰ ਸਪਰੇ ਦੇ ਲੋਕ ਹਨ, ਆਪਣੇ ਹੀ ਨਹੀਂ ਦੱਸਦੇ ਹਨ। ਤੁਸੀਂ ਆਪ ਸੋਚ ਕਰੋ, ਜੋ ਤੁਹਾਡੇ ਅੰਦਰ ਦਿਲ ਦੇ ਚੱਲਦਾ ਹੈ ਤੁਸੀਂ ਸਾਰਾ ਕੁਝ ਦੱਸਦੇ ਹੋ, ਆਪਣਿਆਂ ਨੂੰ ਨਹੀਂ ਦੱਸਦੇ ਹੋ, ਜਿਹੜਾ ਬਹੁਤ ਨਜ਼ਦੀਕ ਹੈ ਉਹਨੂੰ ਵੀ ਨਹੀਂ ਦੱਸਦੇ ਹੋ। ਕੀ ਕਹੂਗਾ, ਮੇਰੇ ਦਿਲ ਦੇ ਅੰਦਰ ਤੇ ਆ ਚੱਲ ਰਿਹਾ ਵੀ ਤੂੰ ਦਫਾ ਹੋ ਜਾਏ, ਤੂੰ ਨਾ ਰਵੇਂ, ਤੂੰ ਨੱਠ ਜਾਵੇਂ। ਅੰਦਰ ਤੇ ਕੁਛ ਹੋਰ ਚੱਲ ਰਿਹਾ, ਪਰ ਦੱਸ ਨਹੀਂ ਨਾ ਸਕਦੇ ਤੁਸੀਂ ਵੀ ਪ੍ਰੇਮ ਪ੍ਰੂਮ ਤੇ ਕੁਝ ਵੀ ਨਹੀਂ। ਫਿਰ ਤੇ ਜੀਵਨ ਬਹੁਤ ਕਠਿਨ ਹੋ ਜਾਵੇਗਾ। ਤੇ ਝੂਠ ਦੇ ਸਹਾਰੇ ਜੀਵਨ ਚੱਲ ਰਿਹਾ ਹੈ।
ਤੇ ਇਹ ਮੋਹ ਜਿਹੜਾ ਹੈ ਝੂਠ ਹੈ, ਕਿਉਂਕਿ ਝੂਠ ਦੇ ਨਾਲ ਲੱਗਾ ਹੋਇਆ, ਅਸਤ ਦੇ ਨਾਲ ਲੱਗਾ ਹੋਇਆ ਸੰਬੰਧ ਇਹ ਮੋਹ। ਫਿਰ ਜਿਹੜਾ ਪ੍ਰੇਮ ਹੈ ਇਹ ਸੱਤ ਦੇ ਨਾਲ ਲੱਗਦਾ ਹੈ। ਹੁਣ ਇੱਕ ਇਹ ਵੀ ਗੱਲ ਖਿਆਲ ਵਿੱਚ ਰੱਖੋ, ਧਾਰਮਿਕ ਲੋਕ ਸੋਚਦੇ ਹਨ ਵੀ ਅਸੀਂ ਪਰਮਾਤਮਾ ਨਾਲ ਪ੍ਰੇਮ ਕਰਦੇ ਹਾਂ, ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ, ਪਾਠ ਪੂਜਾ ਕਰਦੇ ਹਾਂ, ਕੋਈ ਮੰਦਰ ਜਾਂਦਾ ਹੈ, ਭਗਵਾਨ ਦੀ ਮੂਰਤੀ ਸਮਝ ਕੇ ਪੂਜਾ ਕਰਦਾ। ਤੇ ਜਿੰਨੇ ਵੀ ਧਾਰਮਿਕ ਲੋਕ ਹਨ ਕਿਤੇ ਨਾ ਕਿਤੇ ਉਹਨਾਂ ਦਾ ਵੀ ਮੋਹ ਪਿਆ ਹੋਇਆ ਹੈ। ਮੈਂ ਮੋਹ ਹੀ ਕਹਿ ਰਿਹਾ ਹਾਂ, ਉਹ ਤੇ ਪ੍ਰੇਮ ਕਹਿਣਗੇ। ਜਿਵੇਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਰਦੇ ਹਨ, ਹਿੰਦੂ ਮੂਰਤੀ ਦੇ ਨਾਲ ਕਰਦੇ ਹਨ, ਬੁੱਧ ਵੀ ਮੂਰਤੀਆਂ ਦੇ ਨਾਲ ਜ਼ਿਆਦਾ ਕਰਦੇ ਹਨ, ਕੋਈ ਸਥਾਨਾਂ ਦੇ ਨਾਲ ਕਰਦਾ ਹੈ, ਕੋਈ ਜੋ ਪਿੱਛੇ ਹੋ ਚੁੱਕੇ ਹਨ ਗੁਰੂ ਪੀਰ ਪੈਗੰਬਰ ਉਹਨਾਂ ਦੇ ਨਾਲ ਕਰਦਾ ਹੈ। ਪਰ ਇਹ ਜਿੰਨਾ ਵੀ ਪ੍ਰੇਮ ਹੈ ਨਾ, ਇਹ ਹੁੰਦਾ ਹੈ ਆਪਣੀ ਹੀ ਕਲਪਨਾ ਦੇ ਨਾਲ। ਜਿਹੜਾ ਕਰਨ ਵਾਲਾ ਹੈ ਉਹ ਜਿਹਦੇ ਨਾਲ ਕਰ ਰਿਹਾ ਹੈ ਉਹ ਤੇ ਸਾਹਮਣੇ ਮੌਜੂਦ ਨਹੀਂ ਹੈ, ਉਹਦਾ ਰੋਲ ਵੀ ਆਪ ਹੀ ਅਦਾ ਕਰਦਾ ਹੈ ਨਾ। ਹੁਣ ਕੋਈ ਸਾਹਮਣੇ ਮੂਰਤੀ ਹੈ, ਮੂਰਤੀ ਤੇ ਬੋਲ ਨਹੀਂ ਰਹੀ ਹੈ, ਹੁਣ ਜਿਹੜਾ ਹੀ ਭਾਵਨਾ ਕਰਨ ਵਾਲਾ ਉਹ ਆਪ ਹੀ ਬੋਲੇਗਾ ਤੇ ਆਪ ਹੀ ਜਵਾਬ ਦੇਵੇਗਾ, ਆਪਣੀ ਹੀ ਕਲਪਨਾ ਦੇ ਨਾਲ ਪ੍ਰੇਮ ਕਰੇਗਾ ਨਾ। ਇਵੇਂ ਹੀ ਸਿੱਖ ਕਰਦੇ ਹਨ, ਕਹਿ ਦਿੰਦੇ ਹਨ ਵੀ ਅਸੀਂ ਹੁਕਮਨਾਮਾ ਲੈ ਲਿਆ ਹੈ ਵਿੱਚ, ਹੁਕਮਨਾਮੇ ਦੇ ਅਰਥ ਤੇ ਉਹ ਆਪ ਹੀ ਕਰਦੇ ਤੇ ਆਪ ਹੀ ਸੋਚ ਲੈਂਦੇ ਹਨ ਵੀ ਗੁਰੂ ਨੇ ਆਹ ਕਹਿ ਦਿੱਤਾ। ਗੁਰੂ ਨੇ ਥੋੜ੍ਹੀ ਕੁਝ ਕਿਹਾ। ਹੁਣ ਜੋ ਕੁਛ ਮੰਗਦੇ ਹੋ ਤੁਸੀਂ, ਅਗਰ ਵਾਸਤਵਿਕ ਕੋਈ ਗੁਰੂ ਹੋਵੇ ਉਹ ਮੰਗ ਪੂਰੀ ਥੋੜ੍ਹੀ ਕਰੇਗਾ। ਜਾਗਰਤ ਪੁਰਸ਼ ਇਹ ਝੂਠੀਆਂ ਮੰਗਾਂ ਤੁਹਾਡੀਆਂ ਪੂਰੀਆਂ ਥੋੜ੍ਹੀ ਕਰਨਗੇ। ਹੁਣ ਗੁਰੂ ਨਾਨਕ ਦੇਵ ਜੀ ਕੋ ਥੋੜ੍ਹੀ ਉਹ ਮੰਗ ਸਕਦੇ ਹੋ ਜੋ ਅਜੋਕੇ ਸਮੇਂ 'ਚ ਸਿੱਖ ਮੰਗ ਰਹੇ ਹਨ ਗੁਰੂ ਗ੍ਰੰਥ ਸਾਹਿਬ ਜੀ ਕੋ। ਤੁਸੀਂ ਸੋਚੋ, ਕੋਈ ਕਹਿ ਰਿਹਾ ਹੈ ਮੇਰਾ ਮੁੰਡਾ ਬਾਹਰ ਚਲੇ ਜੇ, ਹੁਣ ਗੁਰੂ ਨਾਨਕ ਸਾਹਿਬ ਜੀ ਕੋ ਇਹੋ ਜਿਹੀ ਮੰਗ ਮੰਗੋਗੇ ਤੇ ਉਹ ਕੀ ਕਹਿਣਗੇ ਕਿ ਬਾਹਰ ਦੁਨੀਆ ਸੁਖੀ ਹੈ। ਕੋਈ ਕਹਿ ਰਿਹਾ ਹੈ ਮੇਰੀ ਕੋਠੀ ਬਣ ਜਾਵੇ, ਕੋਈ ਕੁਛ ਮੰਗ ਰਿਹਾ ਹੈ, ਕੋਈ ਕੁਛ ਮੰਗ ਰਿਹਾ, ਸਭ ਝੂਠੀਆਂ ਚੀਜ਼ਾਂ ਮੰਗੀਆਂ ਜਾ ਰਹੀਆਂ। ਤੇ ਬਾਬਾ ਨਾਨਕ ਜੀ ਕੂੜ ਕਹਿ ਰਹੇ ਹਨ, ਝੂਠ ਕਹਿ ਰਹੇ ਹਨ, ਉਹ ਮੰਗਾਂ ਪੂਰੀਆਂ ਕਰਨਗੇ? ਤੁਸੀਂ ਸੋਚੋ। ਇਹ ਥੋੜ੍ਹੇ ਧਾਰਮਿਕ ਲੋਕਾਂ ਨੂੰ ਪੁੱਛਿਆ ਕਰੋ ਵੀ ਅਗਰ ਵਾਸਤਵਿਕ ਦੇ ਵਿੱਚ ਗੁਰੂ ਮੌਜੂਦ ਹੋਣ ਤੇ ਆ ਮੂੜਤਾ ਦੀਆਂ ਮੰਗਾਂ ਤੁਹਾਡੀਆਂ ਪੂਰੀਆਂ ਕਰਨਗੇ? ਉਹ ਕਹਿਣਗੇ ਤੁਸੀਂ ਬੇਸਮਝ ਹੋ, ਸੰਸਾਰ ਦੇ ਵਿੱਚ ਕੁਛ ਵੀ ਮਿਲ ਜਾਵੇ ਹੈ ਥੋੜ੍ਹੀ, ਇਹ ਤੇ ਝੂਠ ਹੈ। ਝੂਠ ਕਿਉਂ ਮੰਗਦੇ? ਗੁਰੂ ਕੋਲੋਂ ਸੱਤ ਮੰਗੋ, ਮੰਗਣਾ ਤੇ ਝੂਠ ਹੀ ਮੰਗੀ ਜਾਂਦੇ ਹੋ। ਪਰ ਆਪੇ ਹੀ ਮੰਗਦੇ ਹਨ, ਆਪੇ ਹੀ ਅਰਦਾਸਾਂ ਕਰਦੇ ਹਨ। ਹਾਂ, ਕੋਈ ਪੂਰੀ ਹੋਣ ਵਾਲੀ ਹੁੰਦੀ ਹੈ, ਕੁਦਰਤੀ ਆਪਣੇ ਆਪ ਹੀ ਹੁੰਦੀ ਹੈ ਮੰਗ, ਕਿਉਂਕਿ ਸਾਹਮਣੇ ਕੋਈ ਨਹੀਂ ਹੈ। ਤੇ ਇਹ ਜਿੰਨੇ ਵੀ ਸ਼ਰਧਾਲੂ ਹਨ, ਧਾਰਮਿਕ ਲੋਕ, ਬਾਹਰ ਕਿਤੇ ਵੀ ਜੁੜੇ ਹੋਏ ਹਨ, ਕਿਸੇ ਜਗ੍ਹਾ ਨਾਲ, ਮੂਰਤੀ ਨਾਲ, ਕਿਸੇ ਨਾਲ, ਉਹਨਾਂ ਦਾ ਸੰਬੰਧ ਆਪਣੀ ਕਲਪਨਾ ਨਾਲ ਹੀ ਹੈ। ਜਾਂ ਹੋ ਚੁੱਕੇ ਗੁਰੂ ਹਨ, ਉਹਨਾਂ ਬਾਰੇ ਸੋਚਦੇ ਹਨ ਵੀ ਐਸੇ ਹੋਣਗੇ, ਵੈਸੇ ਹੋਣਗੇ, ਉਹਨਾਂ ਦੀ ਫੋਟੋ ਅੱਗੇ ਮੱਥਾ ਟੇਕ ਲੈਂਦੇ ਹਨ, ਕਿਰਪਾ ਕਰੋ। ਉਹ ਸਾਰਾ ਕੁਛ ਆਪ ਹੀ ਕਰ ਰਹੇ ਹਨ, ਕਿਉਂਕਿ ਕਲਪਨਾ ਉਹਨਾਂ ਦੀ ਆਪਣੀ ਹੈ। ਤੇ ਇਹ ਧਾਰਮਿਕ ਲੋਕ ਕਲਪਨਾ ਦੇ ਨਾਲ ਮੋਹ ਪਾਉਂਦੇ ਹਨ, ਆਪਣੀ ਹੀ ਕਲਪਨਾ ਦੇ ਨਾਲ। ਮੁਕਤ ਥੋੜ੍ਹੀ ਹੋ ਜਾਂਦੇ ਹਨ, ਹੋ ਨਹੀਂ ਸਕਦੇ, ਕਿਉਂਕਿ ਮੁਕਤ ਆਦਮੀ ਉੱਥੇ ਹੁੰਦਾ ਹੈ ਜਿੱਥੇ ਤੁਹਾਡੀ ਸਾਹਮਣੇ ਉਹ ਕਲਪਨਾ ਵੀ ਕੋਈ ਤੋੜੇ, ਬਲਕਿ ਤੁਹਾਡੀ ਮੈਂ ਨੂੰ ਖਤਮ ਕਰੇ। ਹੁਣ ਫਰਕ ਸਮਝ ਲਓ ਤੁਸੀਂ। ਇੱਕ ਤੇ ਆਮ ਸਧਾਰਨ ਤੁਸੀਂ ਮੋਹ ਕਰਦੇ ਹੋ ਜੋ ਸੰਸਾਰ ਦੇ ਵਿੱਚ,
ਇਹ ਇੱਕ ਦੂਸਰੇ ਦੀ ਖੁਸ਼ਾਮਦ ਕਰਦੇ ਹੋ, ਇੱਕ ਦੂਸਰੇ ਦੀ ਹਉਮੈ ਦੀ ਪੂਰਤੀ ਕਰਦੇ ਹੋ, ਤਾਂ ਹੀ ਤੁਹਾਡਾ ਚੱਲਦਾ ਹੈ। ਤੇ ਜਿਹੜਾ ਪ੍ਰੇਮ ਹੁੰਦਾ ਹੈ ਵਾਸਤਵਿਕ ਹਕੀਕੀ, ਜਿਵੇਂ ਗੁਰੂ ਦੇ ਨਾਲ ਹੁੰਦਾ ਹੈ, ਉਹ ਵੀ ਪਹਿਲ ਤੇ ਹੋਵੇਗਾ ਬਾਹਰ ਹੀ, ਕਿਉਂਕਿ ਤੁਸੀਂ ਬਾਹਰ ਹੀ ਦੇਖ ਸਕਦੇ। ਇਸ ਕਰਕੇ ਪ੍ਰਮਾਤਮਾ ਨਾਲ ਪ੍ਰੇਮ ਨਹੀਂ ਤੁਸੀਂ ਕਰ ਸਕਦੇ। ਨਿਰਗੁਣ ਨਾਲ ਕਿਵੇਂ ਕਰੋਗੇ? ਅਦ੍ਰਿਸ਼ਟ ਦੇ ਨਾਲ ਹੁੰਦਾ ਹੀ ਨਹੀਂ, ਹੋ ਸਕਦਾ ਨਹੀਂ ਹੈ। ਨਾ ਹੀ ਉਹਦੀ ਖਲਕ ਦੇ ਨਾਲ ਹੋ ਸਕਦਾ ਹੈ, ਕਿਉਂਕਿ ਉਹਨਾਂ ਨੂੰ ਵੀ ਤੁਸੀਂ ਬਾਹਰੋਂ ਦੇਖ ਰਹੇ ਹੋ। ਤੇ ਗੁਰੂ ਵਿਚੋਲਾ ਬਣਦਾ ਹੈ, ਤੇ ਗੁਰੂ ਦੇ ਨਾਲ ਵੀ ਬਾਹਰ ਹੀ ਪਹਿਲਾ ਸੰਬੰਧ ਬਣਦਾ ਹੈ, ਕਿਉਂਕਿ ਬਾਹਰੋਂ ਹੀ ਤੁਸੀਂ ਦੇਖ ਸਕਦੇ ਹੋ, ਬਾਹਰ ਦੀਆਂ ਅੱਖਾਂ ਨਾਲ ਦੇਖ ਸਕਦੇ ਹੋ, ਬਾਹਰ ਦੇ ਕੰਨਾਂ ਨਾਲ ਸੁਣ ਸਕਦੇ ਹੋ। ਸੰਬੰਧ ਤੇ ਫਿਰ ਬਾਹਰੋਂ ਹੀ ਜੁੜਿਆ ਨਾ। ਤੇ ਉਹਦਾ ਸੰਬੰਧ ਪਹਿਲਾਂ ਸੰਸਾਰ ਵੱਲ ਨੂੰ ਮੋਹ ਤੋੜਦਾ ਹੈ। ਗੁਰੂ ਦਾ ਪ੍ਰੇਮ ਸੰਸਾਰ ਦੇ ਮੋਹ ਨੂੰ ਪਹਿਲਾਂ ਤੋੜਦਾ ਹੈ। ਸੰਸਾਰ ਦਾ ਇਹ ਮੋਹ ਜਦੋਂ ਟੁੱਟ ਜਾਂਦਾ ਹੈ, ਫਿਰ ਤੁਹਾਨੂੰ ਤੋੜਦਾ ਹੈ, ਤੁਹਾਡੀ ਮੈਂ ਨੂੰ ਤੋੜਦਾ ਹੈ। ਫਿਰ ਜਦੋਂ ਮੈਂ ਮਿਟ ਜਾਂਦੀ ਹੈ ਨਾ, ਉਦੋਂ ਤੁਸੀਂ ਜਾਣਦੇ ਹੋ ਵਾਸਤਵਿਕ ਪ੍ਰੇਮ ਨੂੰ। ਫਿਰ ਤੁਸੀਂ ਜਾਣਦੇ ਹੋ ਵੀ ਅਸੀਂ ਤੇ ਇੱਕ ਹਾਂ। ਇੱਥੇ ਅੰਦਰੋਂ ਤੇ ਭੇਦ ਹੀ ਨਹੀਂ ਹੈ, ਅੰਦਰ ਤੇ ਅਭੇਦ ਹੈ। ਫਿਰ ਵਾਸਤਵਿਕ ਪ੍ਰੇਮ ਉਹ ਨਹੀਂ ਫਿਰ ਟੁੱਟਦਾ ਹੈ, ਕਿਉਂਕਿ ਉਹ ਅੰਦਰ ਦਾ ਹੁੰਦਾ। ਮੈਂ ਦੁਆਰਾ ਪ੍ਰੇਮ ਜਿਹੜਾ ਹੈ ਉਹ ਤਾਂ ਟੁੱਟੇਗਾ ਹੀ। ਮੈਂ ਤੂੰ ਦਾ ਪ੍ਰੇਮ ਹੈ। ਤੇ ਗੁਰੂ ਦੁਆਰਾ ਵੀ ਪਹਿਲ ਮੈਂ ਦੁਆਰਾ ਹੀ ਪ੍ਰੇਮ ਹੁੰਦਾ ਹੈ, ਕਿਉਂਕਿ ਮੈਂ ਇੱਕਦਮ ਤੇ ਖਤਮ ਨਹੀਂ ਹੋ ਜਾਣੀ। ਇਸੇ ਕਰਕੇ ਹੀ ਗੁਰੂ ਦੇ ਨਾਲ ਵੀ ਲਗਾਵ ਵਧਾਵ ਚੱਲਦਾ ਰਹਿੰਦਾ ਹੈ, ਇੱਕਦਮ ਨਹੀਂ ਹੋ ਜਾਂਦਾ, ਕਿਉਂਕਿ ਜਿਹੜਾ ਮਨ ਦੇ ਤਲ ਤੇ ਹੈ, ਮੈਂ ਦੁਆਰਾ ਹੋ ਰਿਹਾ ਹੈ, ਤੋ ਟਿਕਦਾ ਨਹੀਂ ਹੈ ਨਾ। ਕਈ ਵਾਰ ਨਾਰਾਜ਼ਗੀ ਹੋ ਜਾਂਦੀ ਹੈ, ਕਈ ਵਾਰ ਫਿਰ ਪ੍ਰੇਮ ਗਹਿਰਾ ਹੋ ਜਾਂਦਾ ਹੈ, ਕੋਈ ਗੱਲ ਸੁਣ ਲੈਂਦਾ ਹੈ ਆਦਮੀ। ਕਈ ਵਾਰ ਉਹਦੀ ਬੁੱਧੀ ਦੇ ਵਿਪਰੀਤ ਪੈਂਦੀ ਹੈ, ਜਾਂ ਉਹਦੀ ਧਾਰਨਾ ਦੇ ਵਿਪਰੀਤ ਪੈਂਦੀ ਹੈ, ਜਾਂ ਧਰਮ ਦੇ ਵਿਪਰੀਤ ਪੈਂਦੀ ਹੈ। ਕੋਈ ਗੱਲ ਜ਼ਿਆਦਾ ਚੋਟ ਕਰਦੀ ਹੈ ਤੇ ਆਦਮੀ ਤਿਲਮਿਲਾ ਉੱਠਦਾ ਹੈ, ਤੇ ਨਾਰਾਜ਼ਗੀ ਵੀ ਹੁੰਦੀ ਹੈ, ਗੁੱਸਾ ਵੀ ਆਉਂਦਾ ਹੈ ਵੀ ਇਹ ਬੜੇ ਬਣੇ ਫਿਰਦੇ ਵੀ ਅਸੀਂ ਤਾਂ ਇੰਨਾ ਪ੍ਰੇਮ ਕਰਦੇ ਹਾਂ। ਤੇ ਬੜੀ ਨਾਰਾਜ਼ਗੀ ਹੁੰਦੀ ਹੈ ਵੀ ਹੁਣ ਸੁਣਨਾ ਹੀ ਨਹੀਂ। ਇਹੋ ਜਿਹੀਆਂ ਗੱਲਾਂ ਸਾਨੂੰ ਤੇ ਨਾਰਾਜ਼ਗੀ ਹੁੰਦੀ ਹੈ, ਚੋਟ ਲੱਗਦੀ ਹੈ ਜਦੋਂ, ਤੇ ਗੁਰੂ ਚੋਟ ਕਰਦਾ ਹੈ ਵਾਰ-ਵਾਰ, ਕਿਉਂਕਿ ਤੁਹਾਨੂੰ ਤੋੜਨਾ ਵੀ ਹੈ, ਤੁਹਾਡੇ ਮਨ ਨੂੰ ਸੁਧਾਰਨਾ ਵੀ ਹੈ, ਮੂਰਤੀ ਨੂੰ ਘੜਨਾ ਵੀ ਹੈ। ਤੇ ਮਨ ਦੇ ਤਲ ਤੇ, ਮੈਂ ਦੇ ਤਲ ਤੇ ਪਹਿਲਾਂ ਉਹ ਜਿਹੜਾ ਸੰਸਾਰ ਵੱਲ ਮੋਹ ਲੱਗਾ ਹੈ, ਤੁਸੀਂ ਇਉਂ ਖਿਆਲ ਕਰੋ, ਉਹ ਸਾਰਾ ਹੀ ਚਾਰ ਸਪੇਰੇ ਤੋਂ ਮੋਹ ਹਟ ਕੇ ਹੁਣ ਗੁਰੂ ਨਾਲ ਲੱਗ ਗਿਆ। ਪਹਿਲਾਂ ਫੈਲਿਆ ਹੋਇਆ ਸੀ ਸੰਸਾਰ ਵਿੱਚ, ਬੱਚਿਆਂ ਨਾ ਸੀ, ਘਰ ਵਾਲੇ ਨਾ, ਪਰਿਵਾਰ ਨਾ, ਰਿਸ਼ਤੇਦਾਰਾਂ ਨਾਲ, ਹੋਰ ਧਨ ਨਾਲ, ਕਈ ਪਾਸੇ ਸੀ। ਸਾਰੇ ਪਾਸੇ ਤੂੰ ਹਟ ਗਿਆ, ਮੋਹ ਹਟ ਗਿਆ ਤੇ ਧਿਆਨ ਵੀ ਹਟ ਗਏ, ਲਗਾਵ ਹਟ ਗਿਆ ਤੇ ਧਿਆਨ ਵੀ ਹਟ ਗਏ, ਚਾਰੇ ਪਾਸੇ ਤੂੰ ਹਟ ਗਿਆ, ਗੁਰੂ ਵੱਲ ਲੱਗ ਗਈ। ਗੁਰੂ ਵੱਲ ਤੇ ਉਹੀ ਲੱਗਾ ਨਾ ਜਿਹੜਾ ਸੰਸਾਰ ਵੱਲ ਸੀ। ਪਰ ਗੁਰੂ ਅਗਰ ਮੁਕਤ ਹੋਵੇਗਾ, ਮੁਕਤ ਦੇ ਨਾਲ ਤੁਸੀਂ ਲਾਇਆ ਹੈ, ਜਾਗਰਤ ਪੁਰਸ਼ ਦੇ ਨਾਲ ਲਾਇਆ ਹੈ, ਤੋ ਫਿਰ ਤੁਹਾਡੇ ਮੈਂ ਨੂੰ ਮਿਟਾਉਂਦਾ ਹੈ। ਉਹ ਫਿਰ ਜਿਹੜਾ ਬਾਹਰ ਲੱਗਾ ਹੋਇਆ ਹੈ ਨਾ, ਉਹਨੂੰ ਤੋੜਦਾ ਹੈ।
ਇਸ ਕਰਕੇ ਉਹ ਚੋਟ ਤੇ ਚੋਟ ਕਰਦਾ ਹੈ। ਪੁਰਾਣੀਆਂ ਤੁਸੀਂ ਸਾਖੀਆਂ ਪੜ੍ਹੋਗੇ, ਸੂਫੀ ਫਕੀਰਾਂ ਕੋਲ ਜਿਹੜੇ ਰਹਿੰਦੇ ਸਨ ਜਗਿਆ, ਕਈ ਵਾਰ ਉਹਨਾਂ ਨੂੰ ਕੁੱਟਦੇ ਵੀ ਹੁੰਦੇ ਸਨ, ਮਾਰ ਕੇ ਭਜਾ ਵੀ ਦੇਣਾ, ਪਰ ਸ਼ਿਸ਼ ਜਾਂਦੇ ਨਹੀਂ ਸਨ ਕਿਤੇ, ਬਾਹਰ ਗੇਟ ਤੇ ਬੈਠੇ ਰਹਿਣਾ ਤੇ ਗੁਰੂ ਆਊਗਾ ਹੀ ਨਾ, ਫਿਰ ਪੁੱਛੂਗਾ ਹੀ ਨਾ ਗੱਲ, ਜਾਣਾ ਵੀ ਕਿੱਧਰ, ਵੀ ਉਹੀ ਸਾਰਾ ਕੁਛ ਮੇਰੇ ਹਨ। ਜਿਵੇਂ ਗੁਰੂ ਰਾਮਦਾਸ ਜੀ ਨੇ ਕਹਿ ਦਿੱਤਾ, ਸਭ ਕੁਛ ਮੇਰਾ ਤੂੰ ਹੀ ਹੈ, ਹੁਣ ਛੱਡ ਕੇ ਕਿੱਧਰ ਜਾਣਾ, ਪ੍ਰੇਮ ਹੋ ਗਿਆ ਨਾ, ਹੁਣ ਤੇ ਜੋ ਮਰਜ਼ੀ ਕਰ ਮਿਟਾ ਦੇ। ਫਿਰ ਜਦੋਂ ਹੌਲੀ ਹੌਲੀ ਸ਼ਿਸ਼ ਮਿਟਣ ਨੂੰ ਤਿਆਰ ਹੋ ਜਾਂਦਾ ਹੈ, ਚੋਟ ਖਾ ਖਾ ਕੇ ਬਿਲਕੁਲ ਹੀ ਮਿਟ ਜਾਂਦਾ ਹੈ, ਸੁੰਨ ਹੋ ਜਾਂਦਾ ਹੈ। ਫਿਰ ਉਹਨੂੰ ਪਤਾ ਲੱਗਦਾ ਹੈ ਵੀ ਮੈਂ ਤੇ ਗੁਰੂ ਇੱਕ ਹਾਂ, ਗੁਰੂ ਮੇਰੀ ਮੈਂ ਨੂੰ ਮਕਾਉਣ ਵਾਸਤੇ ਹੀ, ਮਿਟਾਉਣ ਵਾਸਤੇ ਹੀ ਚੋਟ ਕਰਦਾ ਸੀ, ਮੇਰਾ ਭਲਾ ਕਰਦਾ ਸੀ, ਮੈਨੂੰ ਗੁੱਸਾ ਆਉਂਦਾ ਸੀ। ਬਾਅਦ ਫਿਰ ਸ਼ਿਸ਼ ਨੂੰ ਪਤਾ ਲੱਗਦਾ ਹੈ ਵੀ ਮੈਂ ਐਵੇਂ ਨਾਰਾਜ਼ ਹੁੰਦਾ ਜਾਂਦਾ ਸੀ, ਗੁੱਸੇ ਹੁੰਦਾ ਸੀ, ਕਈ ਵਾਰ ਗੁਰੂ ਨੂੰ ਗਾਲਾਂ ਵੀ ਕੱਢ ਦਿੰਦੇ ਸੀ, ਫਿਰ ਵੀ ਗੁਰੂ ਕਹਿੰਦਾ ਕੋਈ ਗੱਲ ਨਹੀਂ, ਆਪਣਾ ਹੀ ਹੈ, ਕਿਉਂਕਿ ਨਾਰਾਜ਼ਗੀ ਵੀ ਤਾਂ ਹੁੰਦੀ ਹੈ ਨਾ, ਹੋਵੇਗੀ, ਗੁੱਸਾ ਵੀ ਹੋਵੇਗਾ, ਤੇ ਮੈਂ ਐਵੇਂ ਨਾਰਾਜ਼ ਹੁੰਦਾ ਰਿਹਾ, ਤੇ ਅਸੀਂ ਤੇ ਅੰਦਰੋਂ ਇੱਕ ਹਾਂ ਦੋਵੇਂ। ਜਦੋਂ ਮੈਂ ਮਿਟ ਜਾਂਦੀ, ਉਧਰ ਤੇ ਮੈਂ ਮਿਟੀ ਹੋਈ, ਤੇ ਦੂਸਰੀ ਤਰਫ ਤੂੰ ਮੈਂ ਮਿਟ ਜਾਂਦੀ, ਇੱਕ ਪਾਸੇ ਤੋਂ ਸੰਬੰਧ ਜੁੜਿਆ ਹੀ ਹੋਇਆ ਹੈ, ਦੂਸਰੇ ਪਾਸੇ ਤੋਂ ਫਿਰ ਜੁੜਦਾ ਹੈ। ਗੁਰੂ ਵੱਲੋਂ ਤੇ ਸੰਬੰਧ ਜੁੜਿਆ ਹੀ ਹੋਇਆ ਹੈ ਸਾਰਿਆਂ ਨਾਲ, ਇਸ ਕਰਕੇ ਉਹ ਸਾਰਿਆਂ ਨਾਲ ਪ੍ਰੇਮ ਕਰਦਾ ਹੈ। ਉਹ ਕਹਿੰਦਾ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਭਾਵ ਇਹ ਹੈ ਵੀ ਉਹ ਅੰਦਰੋਂ ਸਾਰਿਆਂ ਦੇ ਨਾਲ ਜੁੜਿਆ ਹੋਇਆ, ਉਹਦਾ ਸੰਬੰਧ ਸਾਰਿਆਂ ਦੇ ਨਾਲ ਅੰਦਰੋਂ ਹੈ, ਪਰ ਤੁਹਾਡਾ ਸੰਬੰਧ ਬਾਹਰੋਂ ਹੋਣਾ ਹੈ ਪਹਿਲਾਂ, ਫਿਰ ਤੁਹਾਡੇ ਵੱਲੋਂ ਹੋਣਾ ਹੈ, ਉਹਦੇ ਵੱਲੋਂ ਪੂਰਾ ਹੀ ਹੈ ਜੋੜ, ਉਹਦੇ ਵੱਲੋਂ ਘਾਟ ਵੱਧ ਨਹੀਂ ਹੈ। ਅਗਰ ਤੁਸੀਂ ਨਾਰਾਜ਼ ਵੀ ਹੋ ਜਾਂਦੇ ਹੋ ਨਾ, ਤਾਂ ਵੀ ਉਹਦਾ ਸੰਬੰਧ ਘਟਦਾ ਨਹੀਂ, ਪ੍ਰੇਮ ਘਟਦਾ ਨਹੀਂ। ਇਹੋ ਹੀ ਤਾਂ ਮੈਂ ਕਹਿਣਾ, ਕਈ ਨਾਰਾਜ਼ ਹੋ ਕੇ ਚਲੇ ਵੀ ਜਾਂਦੇ ਹਨ ਨਾ, ਛੱਡ ਕੇ, ਵੀ ਨਹੀਂ ਸੁਣਨਾ ਹੈ, ਗੁੱਸਾ ਆ ਗਿਆ ਕਿਸੇ ਕਾਰਨ ਕਰਕੇ, ਨਾਰਾਜ਼ਗੀ ਹੋ ਗਈ, ਛੱਡ ਕੇ ਚਲੇ ਵੀ ਗਏ, ਉਹ ਵਾਪਸ ਆਉਣਗੇ, ਕਿਉਂਕਿ ਅਗਰ ਸੰਬੰਧ ਮਾੜਾ ਮੋਟਾ ਵੀ ਜੁੜ ਗਿਆ ਨਾ, ਤੇ ਛੱਡ ਨਹੀਂ ਸਕਦੇ ਹਨ, ਇੱਧਰੋਂ ਜੁੜਿਆ ਹੋਇਆ ਹੈ ਨਾ ਪੂਰਾ, ਤੇ ਕਦੇ ਨਾ ਕਦੇ ਆਉਣਗੇ, ਚਲੋ ਇਸ ਜਨਮ ਨਹੀਂ ਸਹੀ, ਅਗਲੇ ਜਨਮ ਸਹੀ ਆਉਣਗੇ ਹੀ, ਤੇ ਅੰਦਰੋਂ ਜੁੜਿਆ ਹੋਇਆ ਹੈ, ਇੱਕ ਤਰਫਾ ਸੰਬੰਧ ਤੇ ਪੂਰਾ ਹੀ ਜੁੜਿਆ ਹੋਇਆ ਹੈ, ਇੱਧਰੋਂ ਤੇ ਸੰਦੇਹ ਕਰਨ ਦੀ ਲੋੜ ਨਹੀਂ ਹੈ। ਸੰਦੇਹ ਕਰੋ ਤੁਸੀਂ ਆਪਣੇ ਵੱਲੋਂ, ਜਿੰਨਾ ਸੰਬੰਧ ਤੁਹਾਡਾ ਜੁੜੇਗਾ ਅੰਦਰ, ਜਿੰਨਾ ਤੁਹਾਡਾ ਪ੍ਰੇਮ ਹੋਊਗਾ, ਭਾਵਨਾ ਹੋਵੇਗੀ, ਓਨਾ ਹੀ ਸੰਸਾਰ ਨਾਲੋਂ ਸੰਬੰਧ ਟੁੱਟੇਗਾ। ਪਹਿਲਾਂ ਗੁਰੂ ਨਾਲ ਭਾਵਨਾ ਸੰਸਾਰ ਨਾਲੋਂ ਸੰਬੰਧ ਤੋੜਨ ਦਾ ਇੱਕ ਜ਼ਰੀਆ ਹੈ। ਫਿਰ ਇੱਧਰ ਵੀ ਜਿਹੜੀ ਬਾਹਰ ਭਾਵਨਾ ਲੱਗੀ ਹੋਈ ਹੈ, ਬਾਹਰ ਦਾ ਜਿਹੜਾ ਮੋਹ ਹੈ, ਉਹ ਵੀ ਟੁੱਟੇਗਾ, ਕਿਉਂਕਿ ਇਹ ਵੀ ਮੈਂ ਕਰਕੇ ਹੈ, ਮੈਂ ਮਿਟੇਗੀ। ਇਹੋ ਕਿਹਾ ਸੀ ਨਾ ਰਵਿਦਾਸ ਨੇ, ਜਬ ਹਮ ਹੋਤੇ ਤਬ ਤੂੰ ਨਾ ਆਈ, ਅਬ ਤੂੰ ਹੀ ਮੈਂ ਨਾ ਆਈ। ਜਦੋਂ ਫਿਰ ਨਹੀਂ ਮੈਂ ਰਹਿ ਜਾਂਦੀ, ਮੈਂ ਤੂੰ ਦਾ ਭੇਦ ਮਿਟ ਜਾਂਦਾ। ਕਹਿੰਦੇ ਨਹੀਂ, ਪ੍ਰੇਮ ਦੇ ਵਿੱਚ ਦੋਵੇਂ ਇੱਕ ਹੋ ਗਏ, ਮੈਂ ਤੂੰ ਦਾ ਭੇਦ ਮਿਟ ਗਿਆ, ਸ਼ਿਸ਼ ਮਿਟ ਗਿਆ, ਤੇ ਮੈਂ ਤੂੰ ਦਾ ਭੇਦ ਮਿਟ ਗਿਆ, ਉਧਰ ਤੇ ਮਿਟਿਆ ਹੀ ਹੋਇਆ। ਇਸੇ ਕਰਕੇ ਗੁਰੂ ਝੁਕਦਾ ਹੈ ਸ਼ਿਸ਼ ਅੱਗੋਂ, ਕਹਿੰਦੇ ਨਾ ਗੁਰੂ ਗੋਬਿੰਦ ਸਿੰਘ ਜੀ ਝੁਕੇ ਹਨ, ਹਰ ਇੱਕ ਗੁਰੂ ਝੁਕਦਾ ਹੈ ਸ਼ਿਸ਼, ਕਿਉਂਕਿ ਬਹੁਤ ਵੱਡੀ ਘਟਨਾ ਹੈ ਮੈਂ ਨੂੰ ਮਿਟਾ ਦੇਣਾ। ਜੇ ਸ਼ਿਸ਼ ਮਿਟਾਉਂਦਾ ਹੈ ਨਾ,
ਤੇ ਗੁਰੂ ਬੜਾ ਗਦਗਦ ਹੁੰਦਾ ਹੈ ਵੀ ਕਮਾਲ ਦੀ ਗੱਲ ਕਰਤੀ, ਜੋ ਨਹੀਂ ਹੋ ਸਕਦਾ ਹੈ ਉਹ ਕੰਮ ਕਰ ਦਿੱਤਾ ਤੂੰ। ਤੂੰ ਆਪਣਾ ਵਜੂਦ ਹੀ, ਆਪਣੀ ਹੋਂਦ ਹੀ ਖਤਮ ਕਰ ਦਿੱਤੀ। ਧੰਨ ਹੈ ਤੂੰ। ਉਹ ਸ਼ਿਸ਼ ਨੂੰ ਧੰਨ ਧੰਨ ਕਹਿੰਦਾ ਹੈ। ਦੇਖੋ, ਸ਼ਿਸ਼ ਗੁਰੂ ਨੂੰ ਧੰਨ ਧੰਨ ਕਹਿੰਦਾ ਹੈ ਵੀ ਤੁਸੀਂ ਕਿਰਪਾ ਕੀਤੀ। ਤੇ ਕਿਰਪਾ ਹੋ ਰਹੀ ਹੈ ਪਰਮਾਤਮਾ ਦੀ। ਉਹਦੇ ਦੁਆਰਾ ਗੁਰੂ ਤੇ ਸ਼ਿਸ਼ ਦਾ ਸੰਬੰਧ ਵੀ ਹੁੰਦਾ ਹੈ। ਇਹ ਪ੍ਰੇਮ ਦਾ ਜੋ ਸੰਦੇਸ਼ ਹੈ, ਇਹਨੂੰ ਖਿਆਲ ਵਿੱਚ ਰੱਖੋ। ਜੋ ਤੁਮ ਬਾਂਧੇ ਮੋਹ ਭਾਸ਼, ਹਮ ਪ੍ਰੇਮ ਤੁਮ ਬੰਧਨ ਤੁਮ ਬਾਂਧੇ। ਇਹੋ ਜਿਹੇ ਪ੍ਰੇਮ ਦੇ ਬੰਧਨ ਵਿੱਚ ਬੰਨ ਲਓ ਵੀ ਤੁਸੀਂ ਵੀ ਕਹਿ ਸਕੋ ਵੀ ਹਮ ਛੂਟੇ ਤੁਮ ਆਰਾਧੇ। ਆਪਨ ਛੂਟਣ ਕੋ ਯਤਨ ਕਰੋ, ਵੀ ਤੁਸੀਂ ਹੁਣ ਛੁੱਟਣ ਦੇ ਯਤਨ ਕਰੋ। ਅਸੀਂ ਤਾਂ ਛੁੱਟ ਗਏ ਹਾਂ ਸੰਸਾਰ ਵੱਲ, ਤੁਸੀਂ ਨਹੀਂ ਛੁੱਟ ਸਕਦੇ। ਐਸੀ ਭਾਵਨਾ, ਐਸਾ ਪ੍ਰੇਮ ਤੇ ਵਾਸਤਵਿਕ ਪ੍ਰੇਮ ਹੈ ਜਿਹੜਾ ਸੰਸਾਰ ਤੋਂ ਮੁਕਤ ਕਰਦਾ ਹੈ। ਇਹ ਤੁਹਾਡੀ ਸਮਝ ਵਿੱਚ ਨਹੀਂ ਆਵੇਗਾ, ਖਿਆਲ ਵਿੱਚ ਰੱਖਣਾ। ਤੁਸੀਂ ਜਦੋਂ ਸੋਚੋਗੇ ਸੰਸਾਰੀ ਤਲ ਦਾ ਪ੍ਰੇਮ ਸੋਚਦੇ ਹੋ, ਇਹ ਉੱਪਰਲਾ ਤਲ ਹੈ। ਇਹ ਪ੍ਰੇਮ ਸੁਤੰਤਰਤਾ ਦਿੰਦਾ ਹੈ। ਤੁਹਾਡਾ ਪ੍ਰੇਮ ਪ੍ਰਤੰਤਰਤਾ ਦਿੰਦਾ ਹੈ। ਉਹ ਬੰਧਨ ਹੈ, ਮੋਹ ਫਾਸ ਹੈ। ਇਹ ਸੁਤੰਤਰਤਾ ਦਿੰਦਾ ਹੈ। ਇਹ ਪ੍ਰੇਮ ਦੇ ਵਿੱਚ ਮੁਕਤੀ ਹੁੰਦੀ ਹੈ। ਤੇ ਵਾਸਤਵਿਕ ਪ੍ਰੇਮ ਹੈ, ਜਿਹੜੇ ਪ੍ਰੇਮ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਗੱਲ ਕੀਤੀ ਸੀ ਨਾ, ਵੀ ਸਾਚ ਕਹੋਂ ਸੁਣ ਲਿਓ ਸਭੈ। ਬਹੁਤ ਹਿੰਮਤ ਦੀ ਗੱਲ ਹੈ ਜਿਹੜੀ ਕਹਿ ਦਿੱਤੀ ਸੀ ਉਹਨਾਂ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਵੀ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਵਾਸਤਵਿਕ ਦੇ ਵਿੱਚ ਗੁਰੂ ਨਾਲ, ਉਹਨਾਂ ਨੇ ਪ੍ਰਮਾਤਮਾ ਨੂੰ ਪਾ ਹੀ ਲਿਆ, ਪਾ ਹੀ ਲੈਣਗੇ। ਠੀਕ ਕਿਹਾ ਸੀ, ਬਿਲਕੁਲ ਸੱਤ। ਸਤ ਬਚਨ ਸਾਧੂ ਉਪਦੇਸ਼।